ਤਾਂ ਸਟੋਨ ਦੀ ਬਿਮਾਰੀ ਇੱਕ ਇਹੋ ਜਿਹੀ ਬਿਮਾਰੀ ਹੈ ਕਿ ਇਹ ਇੱਕ ਵਾਰ ਅਗਰ ਬਣ ਗਏ ਤਾਂ ਡੈਫੀਨਿਟਲੀ 50% ਪੇਸ਼ੈਂਟ ਵਿੱਚ ਚਾਂਸਸ ਹੈ ਕਿ ਸਟੋਨ ਵਾਰ-ਵਾਰ ਬਣਦੇ ਰਹਿਣਗੇ। ਕਿਡਨੀਜ਼ ਦੀ ਕੈਮੀਕਲਸ ਨੂੰ ਹੈਂਡਲ ਕਰਨ ਦੀ ਕੈਪੈਸਿਟੀ ਹਰ ਹਿਊਮਨ 'ਚ ਡਿਫਰੈਂਟ ਹੁੰਦੀ ਹੈ ਤੇ ਜਿਨ੍ਹਾਂ ਵਿੱਚ ਸਟੋਨ ਬਣਨ ਦੀ ਟੈਂਡੈਂਸੀ ਜ਼ਿਆਦਾ ਹੁੰਦੀ ਹੈ ਉਹਨਾਂ ਦੇ ਕਿਡਨੀਜ਼ ਕੈਲਸ਼ੀਅਮ ਨੂੰ, ਫਾਸਫੋਰਸ ਨੂੰ, ਯੂਰਿਕ ਐਸਿਡ ਨੂੰ ਇੱਕ ਡਿਫਰੈਂਟ ਤਰੀਕੇ ਨਾਲ ਹੈਂਡਲ ਕਰਦੇ ਆ ਕਿ ਉਹ ਬੋਡੀ ਵਿੱਚੋਂ ਬਾਹਰ ਨਹੀਂ ਨਿਕਲ ਪਾਉਂਦੇ ਤੇ ਉਹ ਕਿਡਨੀ ਦੀਆਂ ਪਾਈਪਸ ਵਿੱਚ ਜਮ੍ਹਾਂ ਹੋ ਜਾਂਦੇ ਆ। ਦੂਸਰਾ ਉਹਨਾਂ ਨੂੰ ਅਸੀਂ ਸਾਲਟ ਘੱਟ ਲੈਣ ਲਈ ਕਹਿੰਦੇ ਆ। ਜਦੋਂ ਮਰੀਜ਼ ਜ਼ਿਆਦਾ ਸਾਲਟ ਲੈਣਗੇ ਤਾਂ ਕਿਡਨੀਜ਼ ਉਹ ਬੋਡੀ ਨੂੰ ਸਾਲਟ ਨੂੰ ਕੱਢਣ ਦੀ ਕੋਸ਼ਿਸ਼ ਕਰਨਗੇ ਤਾਂ ਸਾਲਟ ਦੂਸਰੇ ਕੈਮੀਕਲਸ ਨਾਲ ਮਿਲ ਕੇ ਸਟੋਨ ਬਣਾ ਦਿੰਦਾ ਹੈ। ਬੋਡੀ ਦੀ ਹਾਈਡਰੇਸ਼ਨ ਸਟੇਟਸ ਠੀਕ ਰੱਖਣਾ ਹੁੰਦਾ। ਉਹਨਾਂ ਨੇ ਘੱਟ ਤੋਂ ਘੱਟ ਦਿਨ 'ਚ 3 ਲੀਟਰ ਤੋਂ ਉੱਪਰ ਲਿਕੁਇਡ ਇਨਟੇਕ ਰੱਖਣੀ ਹੈ ਤਾਂ ਕਿ ਜਿਹੜੇ ਕੈਮੀਕਲਸ ਆ ਉਹ ਕਿਡਨੀਜ਼ ਵਿੱਚ ਜਮ੍ਹਾਂ ਹੋਣ ਦੀ ਬਜਾਏ ਖੁਰ ਕੇ ਪਾਣੀ ਵਿੱਚ ਪਿਸ਼ਾਬ ਰਸਤੇ ਨਿਕਲ ਜਾਣ। ਅਗਰ ਤੁਸੀਂ ਸਟੋਨਸ ਬਣ ਰਹੇ ਹੈ ਔਰ ਸਾਈਜ਼ ਵੱਡਾ ਹੈ ਉਹਨਾਂ ਦਾ, ਤੁਹਾਨੂੰ ਕੋਈ ਤਕਲੀਫ ਦੇ ਰਿਹਾ ਤਾਂ ਤੁਹਾਨੂੰ ਸਟੋਨਸ ਦੀ ਸਰਜਰੀ ਕਰਾਉਣੀ ਪੈਂਦੀ ਹੈ। ਅਗਰ ਸਟੋਨਸ ਦਾ ਸਾਈਜ਼ ਛੋਟਾ ਹੈ ਔਰ ਤੁਹਾਨੂੰ ਕੋਈ ਤਕਲੀਫ ਮਹਿਸੂਸ ਨਹੀਂ ਹੋ ਰਹੀ ਤਾਂ ਆਪਾਂ ਉਹਨਾਂ ਨੂੰ ਵੇਟ ਐਂਡ ਵਾਚ ਕਰ ਸਕਦੇ ਹਾਂ। ਪਾਣੀ ਦੀ ਕਮੀ ਕਰਕੇ, ਡੀਹਾਈਡਰੇਸ਼ਨ ਕਰਕੇ ਗੁਰਦੇ ਦੀਆਂ ਪਾਈਪਾਂ ਵਿੱਚ ਜਮ੍ਹਾਂ ਹੋਣੇ ਸ਼ੁਰੂ ਹੋ ਜਾਂਦੇ ਆ ਔਰ ਜਿਵੇਂ ਜਿਵੇਂ ਇਹ ਕੈਮੀਕਲਸ ਦਾ ਸਟਰਕਚਰ ਵੱਡਾ ਹੋ ਜਾਂਦਾ ਤਾਂ ਉਹ ਸਟੋਨ ਦਾ ਫਾਰਮ ਲੈ ਲੈਂਦਾ ਹੈ। ਉਹਨਾਂ ਦੇ ਕਿਡਨੀਜ਼ ਕੈਲਸ਼ੀਅਮ ਨੂੰ, ਫਾਸਫੋਰਸ ਨੂੰ, ਯੂਰਿਕ ਐਸਿਡ ਨੂੰ ਇੱਕ ਡਿਫਰੈਂਟ ਤਰੀਕੇ ਨਾਲ ਹੈਂਡਲ ਕਰਦੇ ਆ ਕਿ ਉਹ ਬੋਡੀ ਵਿੱਚੋਂ ਬਾਹਰ ਨਹੀਂ ਨਿਕਲ ਪਾਉਂਦੇ ਤੇ ਉਹ ਕਿਡਨੀ ਦੀਆਂ ਪਾਈਪਸ ਵਿੱਚ ਜਮ੍ਹਾਂ ਹੋ ਜਾਂਦੇ ਆ। ਪਾਣੀ ਜ਼ਿਆਦਾ ਲੈ ਕੇ, ਸਾਲਟ ਘੱਟ ਲੈ ਕੇ ਤੇ ਪ੍ਰੋਟੀਨ ਘੱਟ ਲੈ ਕੇ ਆਪਾਂ ਕੁਝ ਹੱਦ ਤੱਕ ਸਟੋਨਸ ਦੀ ਬਿਮਾਰੀ ਨੂੰ ਕਾਬੂ 'ਚ ਰੱਖ ਸਕਦੇ ਹਾਂ। ਮੈਮ ਤੁਸੀਂ ਗੱਲ ਕਰ ਰਹੇ ਸੀ ਕਿਡਨੀ ਸਟੋਨ ਦੀ, ਤਾਂ ਕਈ ਵਾਰੀ ਇਹ ਵੀ ਦੇਖਿਆ ਜਾਂਦਾ ਹੈ ਕਿ ਜਿਹੜਾ ਕਿਡਨੀ ਹੈ ਉਹਦੇ ਵਿੱਚ ਬਾਰ-ਬਾਰ ਸਟੋਨ ਬਣਨ ਦੀ ਪ੍ਰੋਬਲਮ ਆ ਜਾਂਦੀ ਹੈ ਪੇਸ਼ੈਂਟ ਨੂੰ, ਤਾਂ ਇਹਦੇ ਕੀ ਕਾਰਨ ਹਨ ਤੇ ਇਹਦਾ ਕੋਈ ਪਰਮਾਨੈਂਟ ਇਲਾਜ ਕੀ ਹੈ? ਹਾਂਜੀ, ਗੁਰਦਿਆਂ ਦੇ ਸਟੋਨਸ ਵਾਲੀ ਬਿਮਾਰੀ ਜਿਹੜਾ ਆਪਣਾ ਏਰੀਆ ਹੈ ਨਾ ਆਕਾਂਕਸ਼ਾ ਜੀ, ਜਿਹੜਾ ਜਿਹਨੂੰ ਅਸੀਂ ਜਿੱਥੇ ਹੌਟ ਡਰਾਈ ਕਲਾਈਮੇਟ ਹੁੰਦਾ ਹੈ, ਖੁਸ਼ਕ ਮੌਸਮ ਵਾਲਾ ਇਲਾਕਾ ਜਿਵੇਂ ਆਪਣਾ ਹੋ ਗਿਆ ਪੰਜਾਬ, ਹਰਿਆਣਾ, ਰਾਜਸਥਾਨ, ਆਪਣੀ ਕੰਟਰੀ ਵਿੱਚ ਇਹਨੂੰ ਆਪਾਂ ਸਟੋਨ ਬੈਲਟ ਕਹਿੰਦੇ ਹਾਂ ਕਿਉਂਕਿ ਇੱਥੇ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਜਿਹਦੇ ਕਰਕੇ ਬੋਡੀ 'ਚ ਡੀਹਾਈਡਰੇਸ਼ਨ ਹੋ ਜਾਂਦੀ ਹੈ ਅਤੇ ਗੁਰਦਿਆਂ ਨੂੰ ਕੈਮੀਕਲ ਸਬਸਟੈਂਸਿਸ ਜਿਹੜੇ ਹੈਂਡਲ ਕਰਨੇ ਹੁੰਦੇ ਨੇ ਕਿਡਨੀਜ਼ ਨੇ, ਜਿਵੇਂ ਕੈਲਸ਼ੀਅਮ ਹੋ ਗਿਆ, ਫਾਸਫੋਰਸ ਹੋ ਗਿਆ, ਤਾਂ ਇਹ ਪਾਣੀ ਦੀ ਕਮੀ ਕਰਕੇ, ਡੀਹਾਈਡਰੇਸ਼ਨ ਕਰਕੇ ਗੁਰਦੇ ਦੀਆਂ ਪਾਈਪਾਂ ਵਿੱਚ ਜਮ੍ਹਾਂ ਹੋਣੇ ਸ਼ੁਰੂ ਹੋ ਜਾਂਦੇ ਆ ਔਰ ਜਿਵੇਂ ਜਿਵੇਂ ਇਹ ਕੈਮੀਕਲਸ ਦਾ ਸਟਰਕਚਰ ਵੱਡਾ ਹੋ ਜਾਂਦਾ ਤਾਂ ਉਹ ਸਟੋਨ ਦਾ ਫਾਰਮ ਲੈ ਲੈਂਦਾ ਹੈ। ਤਾਂ ਸਟੋਨ ਦੀ ਬਿਮਾਰੀ ਇੱਕ ਇਹੋ ਜਿਹੀ ਬਿਮਾਰੀ ਹੈ ਕਿ ਇਹ ਇੱਕ ਵਾਰ ਅਗਰ ਬਣ ਗਏ ਤਾਂ ਡੈਫੀਨਿਟਲੀ 50% ਪੇਸ਼ੈਂਟ ਵਿੱਚ ਚਾਂਸਸ ਹੈ ਕਿ ਸਟੋਨ ਵਾਰ-ਵਾਰ ਬਣਦੇ ਰਹਿਣਗੇ ਔਰ ਇਹਨਾਂ ਦਾ ਕੋਈ ਪਰਮਾਨੈਂਟ ਸੋਲਿਊਸ਼ਨ ਨਹੀਂ ਹੈ। ਅਗਰ ਤੁਸੀਂ ਸਟੋਨਸ ਬਣ ਰਹੇ ਹੈ ਔਰ ਸਾਈਜ਼ ਵੱਡਾ ਹੈ ਉਹਨਾਂ ਦਾ, ਤੁਹਾਨੂੰ ਕੋਈ ਤਕਲੀਫ ਦੇ ਰਿਹਾ ਤਾਂ ਤੁਹਾਨੂੰ ਸਟੋਨਸ ਦੀ ਸਰਜਰੀ ਕਰਾਉਣੀ ਪੈਂਦੀ ਹੈ। ਅਗਰ ਸਟੋਨਸ ਦਾ ਸਾਈਜ਼ ਛੋਟਾ ਹੈ ਔਰ ਤੁਹਾਨੂੰ ਕੋਈ ਤਕਲੀਫ ਮਹਿਸੂਸ ਨਹੀਂ ਹੋ ਰਹੀ ਤਾਂ ਆਪਾਂ ਉਹਨਾਂ ਨੂੰ ਵੇਟ ਐਂਡ ਵਾਚ ਕਰ ਸਕਦੇ ਹਾਂ। ਔਰ ਸਟੋਨਸ ਬਣਨ ਦਾ ਮੇਨ ਕਾਰਨ ਕੀ ਹੁੰਦਾ ਹੈ? ਇੱਕ ਤਾਂ ਇਹ ਮੇਲਸ ਵਿੱਚ ਜਿਹੜੇ ਮੇਲ ਹੁੰਦੇ ਆ ਉਹਨਾਂ ਵਿੱਚ ਜ਼ਿਆਦਾ ਬਿਮਾਰੀ ਪਾਈ ਜਾਂਦੀ ਹੈ, ਯੰਗ ਪੇਸ਼ੈਂਟਸ ਵਿੱਚ ਜ਼ਿਆਦਾ ਪਾਈ ਜਾਂਦੀ ਹੈ। ਦੂਸਰਾ, ਬੋਡੀ ਦੀ ਕਿਡਨੀਜ਼ ਦੀ ਕੈਮੀਕਲਸ ਨੂੰ ਹੈਂਡਲ ਕਰਨ ਦੀ ਕੈਪੈਸਿਟੀ ਹਰ ਹਿਊਮਨ 'ਚ ਡਿਫਰੈਂਟ ਹੁੰਦੀ ਹੈ ਅਤੇ ਜਿਨ੍ਹਾਂ ਵਿੱਚ ਸਟੋਨ ਬਣਨ ਦੀ ਟੈਂਡੈਂਸੀ ਜ਼ਿਆਦਾ ਹੁੰਦੀ ਹੈ ਉਹਨਾਂ ਦੇ ਕਿਡਨੀਜ਼ ਕੈਲਸ਼ੀਅਮ ਨੂੰ, ਫਾਸਫੋਰਸ ਨੂੰ, ਯੂਰਿਕ ਐਸਿਡ ਨੂੰ ਇੱਕ ਡਿਫਰੈਂਟ ਤਰੀਕੇ ਨਾਲ ਹੈਂਡਲ ਕਰਦੇ ਆ ਕਿ ਉਹ ਬੋਡੀ ਵਿੱਚੋਂ ਬਾਹਰ ਨਹੀਂ ਨਿਕਲ ਪਾਉਂਦੇ ਤੇ ਉਹ ਕਿਡਨੀ ਦੀਆਂ ਪਾਈਪਸ ਵਿੱਚ ਜਮ੍ਹਾਂ ਹੋ ਜਾਂਦੇ ਆ। ਤਾਂ ਸਟੋਨਸ ਤੋਂ ਬਚਣ ਲਈ ਅਸੀਂ ਇੱਕ ਜੋ ਮੇਨ ਐਡਵਾਈਸ ਪੇਸ਼ੈਂਟਸ ਨੂੰ ਦਿੰਦੇ ਹਾਂ ਕਿ ਅਗਰ ਤੁਹਾਡੇ ਵਾਰ-ਵਾਰ ਸਟੋਨ ਬਣ ਰਹੇ ਆ ਤਾਂ ਇੱਕ ਤਾਂ ਉਹਨਾਂ ਨੂੰ ਆਪਣੀ ਫਲੂਇਡ ਇਨਟੇਕ, ਬੋਡੀ ਦੀ ਹਾਈਡਰੇਸ਼ਨ ਸਟੇਟਸ ਠੀਕ ਰੱਖਣਾ ਹੁੰਦਾ। ਉਹਨਾਂ ਨੇ ਘੱਟ ਤੋਂ ਘੱਟ ਦਿਨ 'ਚ 3 ਲੀਟਰ ਤੋਂ ਉੱਪਰ ਲਿਕੁਇਡ ਇਨਟੇਕ ਰੱਖਣੀ ਹੈ ਤਾਂ ਕਿ ਜਿਹੜੇ ਕੈਮੀਕਲਸ ਆ ਉਹ ਕਿਡਨੀਜ਼ ਵਿੱਚ ਜਮ੍ਹਾਂ ਹੋਣ ਦੀ ਬਜਾਏ ਖੁਰ ਕੇ ਪਾਣੀ ਵਿੱਚ ਪਿਸ਼ਾਬ ਰਸਤੇ ਨਿਕਲ ਜਾਣ। ਦੂਸਰਾ, ਉਹਨਾਂ ਨੂੰ ਅਸੀਂ ਸਾਲਟ ਘੱਟ ਲੈਣ ਲਈ ਕਹਿੰਦੇ ਹਾਂ। ਜਦੋਂ ਮਰੀਜ਼ ਜ਼ਿਆਦਾ ਸਾਲਟ ਲੈਣਗੇ ਤਾਂ ਕਿਡਨੀਜ਼ ਉਹ ਬੋਡੀ ਨੂੰ ਸਾਲਟ ਨੂੰ ਕੱਢਣ ਦੀ ਕੋਸ਼ਿਸ਼ ਕਰਨਗੇ ਤਾਂ ਸਾਲਟ ਦੂਸਰੇ ਕੈਮੀਕਲਸ ਨਾਲ ਮਿਲ ਕੇ ਸਟੋਨ ਬਣਾ ਦਿੰਦਾ ਹੈ। ਤੀਸਰਾ, ਜਿਹੜੀ ਪ੍ਰੀਕਾਸ਼ਨ ਹੈ ਉਹ ਪ੍ਰੋਟੀਨ ਡਾਈਟ ਵਿੱਚ ਪ੍ਰੋਟੀਨ ਘੱਟ ਲੈਣਾ। ਤਾਂ ਪਾਣੀ ਜ਼ਿਆਦਾ ਲੈ ਕੇ, ਸਾਲਟ ਘੱਟ ਲੈ ਕੇ ਤੇ ਪ੍ਰੋਟੀਨ ਘੱਟ ਲੈ ਕੇ ਆਪਾਂ ਕੁਝ ਹੱਦ ਤੱਕ ਸਟੋਨਸ ਦੀ ਬਿਮਾਰੀ ਨੂੰ ਕਾਬੂ 'ਚ ਰੱਖ ਸਕਦੇ ਹਾਂ। ਮੈਮ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਸੀ ਕਿ ਜਿਹੜੇ ਹਾਈਪਰਟੈਂਸ਼ਨ ਵਾਲੇ ਹੁੰਦੇ ਆ ਜਾਂ ਤੁਸੀਂ ਗੱਲ ਕਰ ਰਹੇ ਸੀ ਜਿਹੜੇ ਡਾਇਬਟੀਜ਼ ਵਾਲੇ ਹੁੰਦੇ ਆ, ਇਹ ਕੀ ਕਾਰਨ ਹੈ? ਉਹਨਾਂ ਨੂੰ ਕਿਉਂ ਕਿਡਨੀ ਫੇਲੀਅਰ ਹੁੰਦਾ ਜਾਂ ਉਹਨਾਂ ਨੂੰ ਕਿਡਨੀ ਪ੍ਰੋਬਲਮਸ ਆਉਂਦੀ, ਇਹਦੇ ਪਿੱਛੇ ਕੀ ਕਾਰਨ ਹੈ ਮੈਮ? ਡਾਇਬਟੀਜ਼ ਦੀ ਬਿਮਾਰੀ ਨਾ ਇੱਕ ਬਹੁਤ ਵੱਡਾ ਟੌਪਿਕ ਹੈ ਜਿਹਦੇ 'ਤੇ ਇਟਸੈਲਫ ਹੀ ਇੱਕ ਆਪਾਂ ਬਹੁਤ ਵੱਡਾ ਲੈਕਚਰ ਦੇ ਸਕਦੇ ਹਾਂ।
ਡਾਇਬਟੀਜ਼ ਦੀ ਬਿਮਾਰੀ ਦਾ ਸਰੀਰ ਦੇ ਹਰ ਇੱਕ ਅੰਗ 'ਤੇ ਗਲਤ ਅਸਰ ਹੁੰਦਾ ਹੈ। ਛੋਟੀ ਤੋਂ ਲੈ ਕੇ ਵੱਡੇ ਤੋਂ ਵੱਡੇ ਔਰਗਨ 'ਤੇ ਇਫੈਕਟ ਕਰ ਸਕਦੀ ਹੈ। ਤਾਂ ਡਾਇਬਟੀਜ਼ ਵਿੱਚ ਕੀ ਹੁੰਦਾ ਹੈ, ਕਿਡਨੀਜ਼ ਨੂੰ ਸ਼ੂਗਰ ਦਾ ਲੋਡ ਹੈਂਡਲ ਕਰਨਾ ਪੈਂਦਾ ਹੈ। ਸ਼ੂਗਰ ਦਾ ਲੋਡ ਹੈਂਡਲ, ਜਿੰਨਾ ਜ਼ਿਆਦਾ ਸ਼ੂਗਰ ਹੋਏਗੀ ਉਹਨਾਂ ਜ਼ਿਆਦਾ ਸ਼ੂਗਰ ਲੋਡ ਹੈਂਡਲ ਕਰਨਾ ਪਏਗਾ, ਤਾਂ ਕਿਡਨੀਜ਼ ਦੇ ਫਿਲਟਰਸ ਨੂੰ ਉਹਨਾਂ ਜ਼ਿਆਦਾ ਕੰਮ ਕਰਨਾ ਪੈਂਦਾ ਹੈ। ਉਹ ਵਰਕਲੋਡ ਕਿਡਨੀਜ਼ ਦਾ ਵਧਿਆ ਰਹਿੰਦਾ ਹੈ। ਔਰ ਜਦੋਂ ਓਵਰ ਅ ਪੀਰੀਅਡ ਆਫ ਟਾਈਮ, ਮੰਨ ਲਓ 8-10 ਸਾਲ ਤੋਂ ਪੇਸ਼ੈਂਟ ਨੂੰ ਸ਼ੂਗਰ ਹੈ, 8-10 ਸਾਲ ਤੋਂ ਕਿਡਨੀਜ਼ 'ਤੇ ਵਰਕਲੋਡ ਵਧਿਆ ਹੋਇਆ, ਤਾਂ ਕਿਡਨੀਜ਼ ਦੇ ਜਿਹੜੇ ਫਿਲਟਰ ਹੈ ਉਹ ਸਖਤ ਹੋਣੇ ਸ਼ੁਰੂ ਹੋ ਜਾਂਦੇ ਹੈ। ਉਹਦੇ ਕਰਕੇ ਉਹਨਾਂ ਦਾ ਫੰਕਸ਼ਨ ਘਟਣਾ ਸ਼ੁਰੂ ਹੋ ਜਾਂਦਾ ਹੈ। ਦੂਸਰਾ, ਡਾਇਬਟੀਜ਼ ਦੀ ਬਿਮਾਰੀ ਵਿੱਚ ਮਰੀਜ਼ ਦੇ ਬੋਡੀ ਦੇ ਅੰਦਰ ਬੜੇ ਤਰ੍ਹਾਂ ਦੇ ਗਲਤ ਤਰ੍ਹਾਂ ਦੇ ਜ਼ਹਿਰ ਵੀ ਪ੍ਰੋਡਿਊਸ ਹੁੰਦੇ ਹੈ, ਆਕਸੀਡੈਂਟਸ ਕਹਿੰਦੇ ਹਾਂ ਅਸੀਂ, ਉਹ ਜਿਨ੍ਹਾਂ ਦਾ ਵੀ ਗੁਰਦੇ 'ਚ ਸੋਜਿਸ਼ ਪੈਦਾ ਕਰ ਦਿੰਦੇ ਆ। ਸੋਜਿਸ਼ ਪੈਦਾ ਹੋਣ ਕਾਰਨ ਫਿਲਟਰ ਹੈ ਜਿਹੜੇ ਉਹ ਘੱਟ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ। ਔਰ ਸ਼ੂਗਰ ਦੀ ਬਿਮਾਰੀ ਵਿੱਚ ਅਸੀਂ ਦੇਖਿਆ ਕਿ ਅਕਸਰ ਮਰੀਜ਼ ਨੂੰ ਨਾਲ ਇਕੱਲੀ ਸ਼ੂਗਰ ਨਹੀਂ ਹੁੰਦੀ, ਬਲੱਡ ਪ੍ਰੈਸ਼ਰ ਦੀ ਬਿਮਾਰੀ ਵੀ ਹੋ ਜਾਂਦੀ ਹੈ। ਤਾਂ ਬਲੱਡ ਪ੍ਰੈਸ਼ਰ ਦੇ ਵਿੱਚ ਵੀ ਜਿਹੜੀਆਂ ਕਿਡਨੀਜ਼ ਦੀਆਂ ਛੋਟੀਆਂ ਨਸਾਂ ਹੁੰਦੀਆਂ ਉਹ ਸਖਤ ਹੋਣੀਆਂ ਸ਼ੁਰੂ ਹੋ ਜਾਂਦੀਆਂ ਅਤੇ ਉਹਦੇ ਨਾਲ ਗੁਰਦਿਆਂ ਦਾ ਫੰਕਸ਼ਨ ਘੱਟ ਜਾਂਦਾ ਹੈ। ਤਾਂ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਬਿਮਾਰੀ ਵਿੱਚ ਜੋ ਗੁਰਦਿਆਂ 'ਤੇ ਅਸਰ ਹੁੰਦਾ ਉਹ ਕਈ ਤਰੀਕਿਆਂ ਨਾਲ ਹੋ ਸਕਦਾ, ਉਹਦਾ ਕੋਈ ਸਿੰਗਲ ਇੱਕ ਕਾਰਨ ਨਹੀਂ ਹੈ। ਕਰੋਨਿਕਲੀ ਗੁਰਦਿਆਂ ਦਾ ਲੋਡ ਵਧੇ ਰਹਿਣਾ, ਬਲੱਡ ਪ੍ਰੈਸ਼ਰ ਕਰਕੇ ਗੁਰਦੇ ਦੀਆਂ ਨਸਾਂ ਸਖਤ ਹੋ ਜਾਣਾ, ਅਤੇ ਸ਼ੂਗਰ ਅਤੇ ਬੀਪੀ ਵਿੱਚ ਜਿਹੜੇ ਕਈ ਤਰ੍ਹਾਂ ਦੇ ਹੋਰ ਹਾਰਮਫੁਲ ਕੈਮੀਕਲਸ ਬੋਡੀ 'ਚ ਪ੍ਰੋਡਿਊਸ ਹੁੰਦੇ ਆ ਉਹ ਵੀ ਗੁਰਦਿਆਂ 'ਤੇ ਗਲਤ ਅਸਰ ਕਰਦੇ ਆ। ਤਾਂ ਇਹਨਾਂ ਕਾਰਨਾਂ ਕਰਕੇ ਸ਼ੂਗਰ ਦੀ ਜਿਹੜੀ ਪੁਰਾਣੀ ਬਿਮਾਰੀ ਹੈ, ਖਾਸ ਤੌਰ 'ਤੇ ਜਿਨ੍ਹਾਂ ਨੂੰ 10 ਸਾਲ ਤੋਂ ਵੱਧ ਦੀ ਸ਼ੂਗਰ ਦੀ ਬਿਮਾਰੀ ਹੈ ਜਾਂ 15-20 ਸਾਲ ਤੋਂ ਸ਼ੂਗਰ ਦੀ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੈ, ਇਹਨਾਂ ਬਿਮਾਰੀਆਂ ਵਿੱਚ ਗੁਰਦੇ ਫੇਲ ਹੋਣ ਦਾ ਰਿਸਕ ਹੁੰਦਾ ਹੈ। ਇੱਕ ਮੈਮ ਓਬੇਸਿਟੀ ਦੇ ਨਾਲ ਵੀ ਜੋੜਿਆ ਜਾਂਦਾ ਹੈ ਕਿਡਨੀ ਦੀ ਬਿਮਾਰੀ ਨੂੰ, ਜੋ ਮੋਟਾਪਾ ਹੁੰਦਾ ਹੈ, ਤਾਂ ਉਹਦੇ ਬਾਰੇ ਵੀ ਮੈਮ ਤੁਸੀਂ ਜ਼ਰੂਰ ਮੋਟਾਪੇ ਵਿੱਚ ਵੀ ਮੇਨ ਕਾਰਨ ਹੈ ਕਿ ਕਿਡਨੀ ਦਾ ਵਰਕਲੋਡ ਬਹੁਤ ਵੱਧ ਜਾਂਦਾ ਹੈ। ਕਿਡਨੀ 'ਚ ਜ਼ਿਆਦਾ ਬਲੱਡ ਜਾਂਦਾ ਹੈ, ਜ਼ਿਆਦਾ ਬਲੱਡ ਫਿਲਟਰ ਕਰਨਾ ਪੈਂਦਾ ਹੈ। ਔਰ ਜਿਹੜਾ ਵਰਕਲੋਡ ਤੁਹਾਡਾ ਬਹੁਤ ਸਾਲਾਂ ਤੋਂ ਅਗਰ ਕਿਡਨੀ ਨੂੰ ਵਰਕ ਜ਼ਿਆਦਾ ਕਰਨਾ ਪੈ ਰਿਹਾ, ਤਾਂ ਕਿਡਨੀ ਜਲਦੀ ਬੁੱਢਾ ਹੋ ਜਾਂਦਾ ਹੈ ਅਤੇ ਜਲਦੀ ਉਹਦਾ ਫੰਕਸ਼ਨ ਘੱਟ ਜਾਂਦਾ ਹੈ। ਇਸੇ ਤਰ੍ਹਾਂ ਸਮੋਕਿੰਗ ਦਾ ਵੀ ਕਿਡਨੀਜ਼ ਦੀ ਹੈਲਥ 'ਤੇ ਬਹੁਤ ਨੈਗੇਟਿਵ ਇੰਪੈਕਟ ਆਉਂਦਾ ਹੈ। ਜਿਹੜੇ ਕਰੋਨਿਕ ਸਮੋਕਰਸ ਹੁੰਦੇ ਆ ਉਹਨਾਂ ਵਿੱਚ ਇੱਕ ਤਾਂ ਬੀਪੀ ਵਧਣ ਦਾ ਰਿਸਕ ਜ਼ਿਆਦਾ ਹੁੰਦਾ, ਔਰ ਬੀਪੀ ਨਾਲ ਕਿਡਨੀਜ਼ 'ਤੇ ਇਫੈਕਟ ਹੋ ਸਕਦਾ ਹੈ। ਦੂਸਰਾ, ਸਮੋਕਿੰਗ ਕਰਕੇ ਉਹਨਾਂ ਦੀ ਬੋਡੀ ਵਿੱਚ ਜਿਹੜੇ ਹੋਰ ਹਾਰਮਫੁਲ ਕੈਮੀਕਲਸ ਪੈਦਾ ਹੁੰਦੇ ਆ ਉਹਨਾਂ ਦਾ ਵੀ ਕਿਡਨੀਜ਼ 'ਤੇ ਇਫੈਕਟ ਹੁੰਦਾ ਹੈ। ਤਾਂ ਗੁਰਦੇ 'ਤੇ ਨੁਕਸਾਨ ਕਰਨ ਵਾਲੀਆਂ ਸਭ ਤੋਂ ਜਿਹੜੀਆਂ ਕਾਮਨ ਬਿਮਾਰੀਆਂ, ਇੱਕ ਤਾਂ ਸਮੋਕਿੰਗ ਦੀ ਹੈਬਿਟ, ਇੱਕ ਓਵਰਵੇਟ ਹੋਣਾ, ਸ਼ੂਗਰ ਦੀ ਬਿਮਾਰੀ ਹੋਣਾ ਔਰ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੋਣਾ, ਇਹਨਾਂ ਲੋਕਾਂ ਨੂੰ ਆਪਣੇ ਗੁਰਦਿਆਂ ਦਾ ਬਹੁਤ ਖਾਸ ਖਿਆਲ ਰੱਖਣ ਦੀ ਜ਼ਰੂਰਤ ਹੈ। ਅਤੇ ਜੇ ਮੈਮ ਕਿਡਨੀ ਦੇ ਕੈਂਸਰ ਦੀ ਗੱਲ ਕਰੀਏ ਤਾਂ ਜਿਹੜਾ ਕੈਂਸਰ ਹੈ ਕਿਡਨੀ ਦਾ, ਉਹ ਕਿਸ ਸਟੇਜ 'ਤੇ ਬਣ ਜਾਂਦਾ ਮੈਮ? ਕਿਡਨੀ ਦਾ ਕੈਂਸਰ ਐਸ ਸੱਚ ਕੋਈ ਬਹੁਤ ਕਾਮਨ ਕੈਂਸਰ ਵਿੱਚ ਨਹੀਂ ਮੰਨਿਆ ਜਾਂਦਾ। ਕਿਡਨੀ ਦਾ ਕੈਂਸਰ, ਕਿਡਨੀਜ਼ ਵਿੱਚ ਕਈ ਤਰ੍ਹਾਂ ਦੇ ਕੈਂਸਰ ਹੋ ਸਕਦੇ ਆ। ਕੁਛ ਤਾਂ ਕੈਂਸਰ ਛੋਟੀ ਉਮਰ ਵਿੱਚ ਬੱਚਿਆਂ ਵਿੱਚ ਵੀ ਹੋ ਜਾਂਦਾ ਹੈ, ਜਿਹਨੂੰ ਅਸੀਂ ਇੱਕ ਵਾਰ ਵਿਲਮਸ ਟਿਊਮਰ ਨਾਮ ਦੀ ਬਿਮਾਰੀ ਹੈ ਜਿਹੜੀ ਕਿ ਸਿਰਫ ਬੱਚਿਆਂ ਵਿੱਚ ਹੁੰਦੀ ਹੈ ਅਤੇ ਜਿਹੜੀ ਇਲਾਜਯੋਗ ਹੈ। ਅਗਰ ਆਪਾਂ ਨੂੰ ਟਾਈਮ ਨਾਲ ਪਤਾ ਲੱਗ ਜੇ, ਆਪਾਂ ਸਰਜਰੀ ਕਰਕੇ ਉਹਨੂੰ ਰਿਮੂਵ ਕਰ ਦਿੰਦੇ ਹਾਂ ਔਰ ਉਸ ਤੋਂ ਬਾਅਦ ਕਿਡਨੀਜ਼ 'ਤੇ ਇਹਦਾ ਕੋਈ ਜਾਂ ਬੋਡੀ 'ਤੇ ਕੋਈ ਗਲਤ ਇਫੈਕਟ ਨਹੀਂ ਆਉਂਦਾ। ਕੁਛ 50 ਸਾਲ ਤੋਂ ਬਾਅਦ ਕਿਡਨੀਜ਼ ਦੇ ਕੈਂਸਰ ਬਣਦੇ ਆ, ਕਈ ਤਰ੍ਹਾਂ ਦੇ ਕੈਂਸਰ ਬਣਦੇ ਆ। ਤਾਂ ਸਭ ਤੋਂ ਬਿਹਤਰ ਇਲਾਜ ਹੈ ਕਿ ਆਪਾਂ ਇਹਨੂੰ ਜਲਦੀ ਤੋਂ ਜਲਦੀ ਅਰਲੀ ਸਟੇਜ 'ਤੇ ਡਾਇਗਨੋਸ ਕਰੀਏ ਔਰ ਸਰਜਰੀ ਇਹਦਾ ਬੈਸਟ ਸੋਲਿਊਸ਼ਨ ਹੈ। ਕੋਈ ਐਡਵਾਂਸਡ ਸਟੇਜ ਵਿੱਚ ਕੈਂਸਰ ਚਲਾ ਜਾਏ ਤਾਂ ਆਪਾਂ ਨੂੰ ਨਾਲ ਕੁਛ ਤਰ੍ਹਾਂ ਦੀ ਹਾਰਮੋਨਲ ਥੈਰੇਪੀ ਆਉਂਦੀ ਹੈ ਅੱਜ ਕੱਲ੍ਹ, ਜਾਂ ਕੀਮੋਥੈਰੇਪੀ, ਰੇਡੀਏਸ਼ਨ ਥੈਰੇਪੀ, ਉਹ ਆਪਾਂ ਨੂੰ ਸਟੇਜ ਦੇ ਅਕੋਰਡਿੰਗ ਟਰੀਟ ਕਰਨਾ ਪੈਂਦਾ ਹੈ। ਹਾਂਜੀ ਮੈਮ, ਕਈ ਵਾਰ ਦੇਖਿਆ ਜਾਂਦਾ ਹੈ ਕਿ ਪੇਸ਼ੈਂਟ ਜੋ ਹਨ ਉਹ ਡਾਕਟਰ ਕੋਲੇ, ਨੈਫਰੋਲੋਜਿਸਟ ਕੋਲੇ ਜਾਂਦੇ ਹੈ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ, ਔਰ ਜਦੋਂ ਜਾਂਦੇ ਆ ਤਾਂ ਉਹਨਾਂ ਨੂੰ ਪਤਾ ਲੱਗਦਾ ਵੀ ਸਾਡੇ ਗੁਰਦੇ ਫੇਲ ਹੋ ਗਏ, ਸਾਡੀ ਕਿਡਨੀਜ਼ ਫੇਲ ਹੋ ਗਈਆਂ। ਮੈਮ, ਮੁੱਢਲੇ ਕਿਹੜੇ ਜਿਹੜੇ ਸਿੰਪਟਮਸ ਨੇ ਜਿੱਥੋਂ ਪਤਾ ਲੱਗ ਸਕੇ ਲੋਕਾਂ ਨੂੰ ਇੰਨੀ ਦੇਰ ਦੇ ਵਿੱਚ ਜਦੋਂ ਉਹਨਾਂ ਨੂੰ ਨੁਕਸਾਨ ਹੋ ਜਾਂਦਾ ਹੈ ਵੀ ਉਸ ਚੀਜ਼ ਤੋਂ ਬਚਾਅ ਹੋਵੇ, ਤਾਂ ਇਹਦਾ ਵੀ ਤੁਸੀਂ ਦੱਸੋ। ਹਾਂ ਕਾਂਕਸ਼ਾ ਜੀ, ਇਹ ਤੁਸੀਂ ਬਹੁਤ ਹੀ ਅੱਛਾ ਸਵਾਲ ਪੁੱਛਿਆ ਹੈ। ਕਿਡਨੀਜ਼ ਦੀ ਬਿਮਾਰੀਆਂ ਦੀ ਇੱਕ ਇਹ ਬੜੀ ਅਨਫੋਰਚੂਨੇਟ ਚੀਜ਼ ਹੈ ਕਿ ਕਿਡਨੀਜ਼ ਦੀ ਬਿਮਾਰੀਆਂ ਦੇ ਕੋਈ ਬਹੁਤ ਕਾਮਨ ਸਿੰਪਟਮਸ ਜਾਂ ਲੱਛਣ ਨਹੀਂ ਹੁੰਦੇ। ਜਿਹੜੀ ਗੁਰਦਿਆਂ ਦੀ ਸਭ ਤੋਂ ਕਾਮਨ ਬਿਮਾਰੀ ਹੈ ਜਿਹਨੂੰ ਅਸੀਂ ਰੀਨਲ ਫੇਲੀਅਰ ਜਾਂ CKD, ਕਰੋਨਿਕ ਕਿਡਨੀ ਡਿਜ਼ੀਜ਼ ਕਹਿੰਦੇ ਹਾਂ, ਇਹਦੇ ਉਨੀ ਦੇਰ ਤੱਕ ਕੋਈ ਲੱਛਣ ਨਹੀਂ ਹੁੰਦੇ ਜਿੰਨੀ ਦੇਰ ਤੱਕ ਕਿਡਨੀ 90% ਤੋਂ ਜ਼ਿਆਦਾ ਖਰਾਬ ਨਹੀਂ ਹੋ ਜਾਂਦੇ। ਔਰ ਮਰੀਜ਼ ਨੂੰ ਸਿੰਪਟਮਸ ਉਦੋਂ ਆਉਣੇ ਸ਼ੁਰੂ ਹੁੰਦੇ ਆ ਜਦੋਂ ਉਹਦੀ ਕਿਡਨੀ ਆਲਰੇਡੀ 90% ਤੋਂ ਜ਼ਿਆਦਾ ਖਰਾਬ ਹੋ ਚੁੱਕੀਆਂ। ਤਾਂ ਇਹ ਕੀ ਹੁੰਦਾ ਹੈ ਕਿ ਗੁਰਦੇ ਸਾਇਲੈਂਟਲੀ ਬੋਡੀ ਦੇ ਅੰਦਰ ਖਰਾਬ ਹੁੰਦੇ ਰਹਿੰਦੇ ਆ, ਕਿਡਨੀਜ਼ ਦਾ ਫੰਕਸ਼ਨ ਈਅਰ ਓਵਰ ਈਅਰ ਘਟਦਾ ਰਹਿੰਦਾ ਹੈ, ਲੇਕਿਨ ਬੋਡੀ ਆਪਣੀ ਕੰਪਨਸੇਟ ਕਰ ਜਾਂਦੀ ਹੈ ਅਤੇ ਆਪਣੇ ਸਰੀਰ 'ਤੇ ਉਹਦੇ ਕੋਈ ਵੀ ਸਿੰਪਟਮਸ ਨਹੀਂ ਆਉਣ ਦਿੰਦੀ। ਔਰ ਜਦੋਂ ਸਿੰਪਟਮਸ ਆਉਂਦੇ ਆ, ਪੇਸ਼ੈਂਟ ਕਹਿੰਦੇ ਆ ਜੀ ਅਸੀਂ ਤਾਂ ਪਹਿਲਾਂ ਬਿਲਕੁਲ ਠੀਕ ਸੀ, ਅਚਾਨਕ ਇੰਨੇ ਜ਼ਿਆਦਾ ਗੁਰਦੇ ਕਿਵੇਂ ਖਰਾਬ ਹੋ ਗਏ, ਅਤੇ ਉਹਨਾਂ ਦੀ ਗੱਲ ਵੀ ਬਿਲਕੁਲ ਸਹੀ ਹੁੰਦੀ ਹੈ ਕਿਉਂਕਿ ਜਦੋਂ ਤੱਕ ਗੁਰਦਾ 50, 60, 70, 80% ਤੱਕ ਕੰਮ ਕਰਦਾ ਰਹਿੰਦਾ ਹੈ, ਮਰੀਜ਼ ਨੂੰ ਕੋਈ ਸਿੰਪਟਮਸ ਨਹੀਂ ਆਉਂਦੇ, ਪੇਸ਼ੈਂਟ ਕੋਈ ਟੈਸਟ ਨਹੀਂ ਕਰਾਉਂਦੇ ਅਤੇ ਬਿਮਾਰੀ ਡਾਇਗਨੋਜ਼ ਨਹੀਂ ਹੁੰਦੀ। ਤਾਂ 90% ਜਦੋਂ ਕਿਡਨੀਜ਼ ਖਰਾਬ ਹੋ ਚੁੱਕੇ ਹੁੰਦੇ ਆ, ਉਸ ਸਟੇਜ 'ਤੇ ਆਪਣੇ ਕੋਲ ਕਿਡਨੀਜ਼ ਨੂੰ
ਠੀਕ ਕਰਨ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਤਰੀਕਾ ਨਹੀਂ, ਕੋਈ ਐਲੋਪੈਥਿਕ, ਆਯੁਰਵੈਦਿਕ, ਕਿਸੇ ਤਰ੍ਹਾਂ ਦੀ ਵੀ ਮੈਡੀਸਿਨ ਨਾਲ ਆਪਾਂ ਗੁਰਦੇ ਦੇ ਫੰਕਸ਼ਨ ਨੂੰ ਰਿਕਵਰ ਨਹੀਂ ਕਰ ਸਕਦੇ। ਤਾਂ ਉਸ ਸਟੇਜ 'ਤੇ ਅਸੀਂ ਮਰੀਜ਼ ਨੂੰ ਡਾਇਲਿਸਿਸ ਐਡਵਾਈਸ ਕਰਦੇ ਹਾਂ। ਜਦੋਂ 90% ਤੋਂ ਕਿਡਨੀਜ਼ ਖਰਾਬ ਹੋ ਜਾਂਦੀ ਹੈ ਤਾਂ ਉਦੋਂ ਪੇਸ਼ੈਂਟ ਨੂੰ ਕੀ ਸਿੰਪਟਮਸ ਆਉਂਦੇ ਹੈ? ਇੱਕ ਤਾਂ ਭੁੱਖ ਲੱਗਣੀ ਬੰਦ ਹੋ ਜਾਂਦੀ ਹੈ, ਉਹਨਾਂ ਦੀ ਹੌਲੀ ਹੌਲੀ ਕਰਕੇ ਭੁੱਖ ਘਟਦੀ ਜਾਏਗੀ। ਖਾਣੇ ਨੂੰ ਦੇਖ ਕੇ ਪੇਸ਼ੈਂਟ ਨੂੰ ਉਲਟੀ, ਵੱਤ ਵਰਗੇ ਸਿੰਪਟਮਸ ਆਉਂਦੇ ਆ, ਖਾਣਾ ਨਹੀਂ ਖਾਇਆ ਜਾਂਦਾ, ਜਿਸ ਕਰਕੇ ਸਰੀਰ ਵਿੱਚ ਕਮਜ਼ੋਰੀ ਆਉਣੀ ਸ਼ੁਰੂ ਹੁੰਦੀ ਹੈ, ਵੇਟ ਲਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਫਿਰ ਖੂਨ, ਕਿਡਨੀਜ਼ ਨੇ ਖੂਨ ਪੈਦਾ ਕਰਨ ਵਾਲਾ ਹਾਰਮੋਨ ਬਣਾਉਣਾ ਹੁੰਦਾ, ਉਹ ਹਾਰਮੋਨ ਨਾ ਬਣਨ ਕਰਕੇ ਖੂਨ ਦੀ ਕਮੀ ਆਉਣੀ ਸ਼ੁਰੂ ਹੋ ਜਾਂਦੀ ਹੈ। ਖੂਨ ਦੀ ਕਮੀ ਕਰਕੇ ਸਾਹ ਚੜ੍ਹਨਾ, ਥਕਾਵਟ ਹੋਣਾ, ਫਿਰ ਮਰੀਜ਼ ਦਾ ਬਲੱਡ ਪ੍ਰੈਸ਼ਰ ਵਧਣਾ ਸ਼ੁਰੂ ਹੋ ਜਾਂਦਾ ਹੈ ਗੁਰਦਿਆਂ ਦੀ ਬਿਮਾਰੀ ਕਰਕੇ, ਬੀਪੀ ਵਧੇਗਾ। ਜਾਂ ਫਿਰ ਕਈ ਵਾਰ ਪੇਸ਼ੈਂਟਸ ਨੂੰ ਪੈਰਾਂ 'ਤੇ ਜਾਂ ਅੱਖਾਂ ਦੇ ਦੁਆਲੇ ਸਵੈਲਿੰਗ ਆਉਣੀ ਸ਼ੁਰੂ ਹੋ ਜਾਂਦੀ ਹੈ। ਠੀਕ ਹੈ, ਇਹ ਸਾਰੇ ਸਿੰਪਟਮਸ ਗੁਰਦੇ ਫੇਲ ਹੋਣ ਦੇ ਹੈ। ਔਰ ਕੁਝ ਪੇਸ਼ੈਂਟਸ ਜਿਨ੍ਹਾਂ ਵਿੱਚ ਗੁਰਦਿਆਂ ਦੀ ਇਨਫੈਕਸ਼ਨ ਹੋਵੇ ਜਾਂ ਸਟੋਨਸ ਵਾਲੀ ਬਿਮਾਰੀ ਹੋਵੇ, ਉਹਨਾਂ ਦੇ ਮੇਨ ਲੱਛਣ ਕੀ ਹੁੰਦੇ ਕਿ ਉਹਨਾਂ ਨੂੰ ਵੱਖੀ ਵਿੱਚ ਇੱਥੇ ਬਹੁਤ ਤੇਜ਼ ਦਰਦ ਹੋਏਗੀ। ਜੇ ਇਨਫੈਕਸ਼ਨ ਹੋਏਗੀ ਤਾਂ ਦਰਦ ਦੇ ਨਾਲ ਪੇਸ਼ੈਂਟ ਨੂੰ ਬੁਖਾਰ ਹੋਏਗਾ, ਜਾਂ ਕਈ ਵਾਰ ਪਿਸ਼ਾਬ ਦੇ ਵਿੱਚ ਜਲਨ, ਪਿਸ਼ਾਬ ਦਾ ਵਾਰ-ਵਾਰ ਆਉਣਾ, ਜਾਂ ਕਈ ਵਾਰ ਪਿਸ਼ਾਬ ਦੇ ਵਿੱਚ ਖੂਨ ਆਉਂਦਾ ਹੈ। ਅਗਰ ਇਹ ਲੱਛਣ ਹੈ ਤਾਂ ਮਤਲਬ ਕਿਡਨੀ ਦੀ ਕੋਈ ਇਨਫੈਕਸ਼ਨ ਹੈ, ਔਰ ਇਹ ਸ਼ੂਗਰ ਵਾਲੇ ਮਰੀਜ਼ਾਂ ਵਿੱਚ ਬਹੁਤ ਕਾਮਨ ਹੁੰਦੀ ਹੈ। ਸਟੋਨਸ ਵਿੱਚ ਆਮ ਤੌਰ 'ਤੇ ਪੇਸ਼ੈਂਟ ਨੂੰ ਤਿੱਖੀ ਦਰਦ ਹੁੰਦੀ ਹੈ ਵੱਖੀ ਵਿੱਚ, ਔਰ ਕਈ ਵਾਰ ਅਚਾਨਕ ਅਗਰ ਸਟੋਨ ਪਾਈਪ ਦੇ ਵਿੱਚ ਫਸ ਜਾਏ ਤਾਂ ਪੇਸ਼ੈਂਟ ਨੂੰ ਅਚਾਨਕ ਪਿਸ਼ਾਬ ਆਉਣਾ ਬੰਦ ਹੋ ਜਾਂਦਾ ਹੈ। ਇਹ ਸਟੋਨਸ ਦੇ ਅਤੇ ਇਨਫੈਕਸ਼ਨ ਦੇ ਲੱਛਣ ਹੈ। ਇੱਕ ਮੈਮ ਹੋਰ ਵੀ ਕਿਹਾ ਜਾਂਦਾ ਹੈ, ਕਹਿੰਦੇ ਕਿਡਨੀ ਦੀ ਜਦੋਂ ਤੁਹਾਨੂੰ ਕਦੇ ਸਮੱਸਿਆ ਆਵੇ ਤਾਂ ਉਹਦਾ ਦਵਾਈਆਂ ਦੇ ਨਾਲ ਇਲਾਜ ਨਹੀਂ ਹੈਗਾ। ਇਹ ਗੱਲ ਕਿੰਨੀ ਕੁ ਮੈਮ, ਇਹਦੇ 'ਚ ਕਿੰਨੀ ਕੁ ਸੱਚਾਈ ਹੈ? ਹਾਂਜੀ, ਇਹ ਹੈ ਕਿ ਕਿਡਨੀਜ਼ ਦੀਆਂ ਬਿਮਾਰੀਆਂ ਦੀ ਇਹ ਇੱਕ ਹੋਰ ਅਨਫੋਰਚੂਨੇਟ ਚੀਜ਼ ਹੈ ਵੀ ਜਦੋਂ ਗੁਰਦੇ ਫੇਲ ਹੋਣੇ ਸ਼ੁਰੂ ਹੋ ਜਾਂਦੇ, ਸਪੈਸ਼ਲੀ ਜਿਹੜੀ ਕ੍ਰੋਨਿਕ ਬਿਮਾਰੀ ਹੁੰਦੀ ਹੈ। ਕ੍ਰੋਨਿਕ ਅਸੀਂ ਉਦੋਂ ਕਹਿੰਦੇ ਹਾਂ ਵੀ ਜਦੋਂ ਪੇਸ਼ੈਂਟ ਨੂੰ ਗੁਰਦੇ ਦੀ ਬਿਮਾਰੀ 3 ਮਹੀਨੇ ਤੋਂ ਉੱਪਰ ਹੋ ਜਾਏ। 3 ਮਹੀਨੇ ਤੋਂ ਪੁਰਾਣੀ ਬਿਮਾਰੀ ਨੂੰ ਅਸੀਂ ਕ੍ਰੋਨਿਕ ਲੇਬਲ ਕਰਦੇ ਹਾਂ। ਤਾਂ ਇਸ ਤਰ੍ਹਾਂ ਦੀ ਬਿਮਾਰੀ ਨੂੰ ਅਸੀਂ ਕਿਸੇ ਵੀ ਤਰੀਕੇ ਦੀ ਦਵਾਈ ਨਾਲ ਵਾਪਸ ਰਿਕਵਰ ਨਹੀਂ ਕਰ ਸਕਦੇ, ਕਿਡਨੀ ਦੇ ਫੰਕਸ਼ਨ ਨੂੰ ਵਾਪਸ ਨਾਰਮਲ ਨਹੀਂ ਲੈ ਕੇ ਆ ਸਕਦੇ। ਜਦੋਂ ਇੱਕ ਵਾਰ ਬਿਮਾਰੀ ਕ੍ਰੋਨਿਕ ਹੋ ਗਈ ਤਾਂ ਉਹ ਹੌਲੀ ਹੌਲੀ ਕਰਕੇ ਅੱਗੇ ਵੱਧਦੀ ਜਾਂਦੀ ਹੈ। ਗੁਰਦੇ ਦਾ ਫੰਕਸ਼ਨ 80% ਤੋਂ 70, ਫਿਰ ਕੁਝ ਸਾਲਾਂ ਬਾਅਦ 60, ਐਵੇਂ ਕਰਕੇ ਉਹ ਬਿਮਾਰੀ ਪ੍ਰੋਗਰੈਸ ਕਰਦੀ ਜਾਂਦੀ ਹੈ। ਤਾਂ ਆਪਣੇ ਕੋਲ ਨਾ ਤਾਂ ਉਹਨੂੰ ਵਾਪਸ ਨਾਰਮਲ ਕਰਨ ਦੀ ਕੋਈ ਦਵਾਈ ਹੈ, ਅਤੇ ਨਾ ਹੀ ਉਹਦੀ ਪ੍ਰੋਗਰੈਸ਼ਨ ਰੋਕਣ ਦੀ ਕੋਈ ਦਵਾਈ ਹੈ। ਸਿਰਫ ਆਪਾਂ ਉਹਦੀ ਪ੍ਰੋਗਰੈਸ਼ਨ ਨੂੰ ਸਲੋ ਕਰ ਸਕਦੇ ਹਾਂ। ਕਿ ਜੇ ਕ੍ਰੀਐਟਿਨਿਨ ਮਰੀਜ਼ ਦਾ ਅੱਜ 2 ਹੈ ਤਾਂ ਉਹ 4-6 ਮਹੀਨਿਆਂ ਦੀ ਬਜਾਏ 4 ਸਾਲਾਂ ਵਿੱਚ ਵਧੇ, ਤਾਂ ਸਿਰਫ ਉਹ ਬਿਮਾਰੀ ਦੀ ਰਫਤਾਰ ਨੂੰ ਘਟਾ ਸਕਦੇ ਹਾਂ, ਉਹਨੂੰ ਨਾਰਮਲ ਨਹੀਂ ਕਰ ਸਕਦੇ, ਕ੍ਰੀਐਟਿਨਿਨ ਨੂੰ ਵਾਪਸ ਨਾਰਮਲ ਨਹੀਂ ਲੈ ਕੇ ਆ ਸਕਦੇ। ਤਾਂ ਉਹਦੇ ਲਈ ਅਸੀਂ ਕੁਝ ਪ੍ਰੀਕਾਸ਼ਨਸ ਐਡਵਾਈਸ ਕਰਦੇ ਹਾਂ ਪੇਸ਼ੈਂਟਸ ਨੂੰ, ਜਿਵੇਂ ਸ਼ੂਗਰ ਵਾਲੇ ਪੇਸ਼ੈਂਟਸ ਨੂੰ ਸ਼ੂਗਰ ਕੰਟਰੋਲ ਕਰਕੇ ਰੱਖਣੀ ਜ਼ਰੂਰੀ, ਬੀਪੀ ਵਾਲਿਆਂ ਨੂੰ ਬੀਪੀ ਕੰਟਰੋਲ ਕਰਕੇ ਰੱਖਣਾ ਜ਼ਰੂਰੀ। ਔਰ ਗੁਰਦੇ ਜਿਨ੍ਹਾਂ ਦੇ ਖਰਾਬ ਹੈ, ਉਹ ਕਿਸੇ ਵੀ ਤਰ੍ਹਾਂ ਦੀ ਓਵਰ ਦਾ ਕਾਊਂਟਰ ਮੈਡੀਸਿਨ ਉਹਨਾਂ ਨੂੰ ਅਸੀਂ ਲੈਣੀ ਮਨਾ ਕਰਦੇ ਹਾਂ। ਪੇਨ ਕਿਲਰਸ ਖਾਸ ਕਰਕੇ ਉਹ ਨਹੀਂ ਲੈ ਸਕਦੇ। ਕਿਡਨੀ ਦੇ ਸਪੈਸ਼ਲਿਸਟ ਦੀ ਸਲਾਹ ਤੋਂ ਬਿਨਾਂ ਉਹ ਕੋਈ ਵੀ ਐਕਸਟਰਾ ਮੈਡੀਸਿਨ ਉਹ ਆਪਣੀ ਨਹੀਂ ਲੈ ਸਕਦੇ। ਉਹਦੇ ਨਾਲ ਕੀ ਹੁੰਦਾ ਹੈ ਕਿ ਬਿਮਾਰੀ ਦੀ ਵਧਣ ਦੀ ਸਪੀਡ ਘੱਟ ਜਾਂਦੀ ਹੈ, ਬਟ ਬਿਮਾਰੀ ਨਾਰਮਲ ਨਹੀਂ ਹੋ ਸਕਦੀ, ਉਹ ਰਿਕਵਰ ਨਹੀਂ ਹੋ ਸਕਦੀ। ਮੈਮ ਡਾਇਲਸਿਸ ਦੀ ਆਪਾਂ ਗੱਲ ਕਰਦੇ ਹਾਂ ਤਾਂ ਤੁਸੀਂ ਦੱਸ ਦਿੱਤਾ ਕਿ ਜਦੋਂ 90% ਜਿਹੜੇ ਗੁਰਦੇ ਆ ਜਦੋਂ ਖਰਾਬ ਹੋ ਜਾਂਦੇ ਤਾਂ ਉਦੋਂ ਡਾਇਲਸਿਸ ਕਰਨ ਦੀ ਜ਼ਰੂਰਤ ਪੈਂਦੀ ਹੈ। ਤਾਂ ਜੇ ਆਪਾਂ ਸਕਸੈਸ ਰੇਟ ਦੀ ਗੱਲ ਕਰੀਏ ਡਾਇਲਸਿਸ ਦੀ, ਤਾਂ ਸਕਸੈਸ ਰੇਟ ਮੈਮ ਕਿੰਨਾ ਕੁ ਹੈ? ਹਾਂਜੀ, ਡਾਇਲਿਸਿਸ ਅਸੀਂ 90% ਤੋਂ ਜ਼ਿਆਦਾ ਜਦੋਂ ਗੁਰਦੇ ਖਰਾਬ ਹੋ ਜਾਂਦੇ ਆ ਉਦੋਂ ਐਡਵਾਈਸ ਕਰਦੇ ਹਾਂ। ਇਹਦਾ ਰੀਜ਼ਨ ਇਹ ਹੈ ਕਿ 50, 60, 70, 80% ਤੱਕ ਜਦੋਂ ਕਿਡਨੀਜ਼ ਕੰਮ ਕਰਦੇ ਰਹਿੰਦੇ ਆ ਤਾਂ ਬਾਡੀ ਉਹਨੂੰ ਅਡਾਪਟ ਕਰ ਲੈਂਦੀ ਹੈ, ਅਤੇ ਬਾਡੀ 'ਤੇ ਉਹਦਾ ਕਿਸੇ ਵੀ ਤਰ੍ਹਾਂ ਦੇ ਕੋਈ ਸਿੰਪਟਮਸ ਨਹੀਂ ਆਉਂਦੇ। ਇਸ ਕਰਕੇ ਅਸੀਂ ਇਸ ਤੋਂ ਪਹਿਲਾਂ ਡਾਇਲਿਸਿਸ ਸਟਾਰਟ ਨਹੀਂ ਕਰਦੇ। ਜਦੋਂ 90% ਤੋਂ ਜ਼ਿਆਦਾ ਖਰਾਬ ਹੋ ਜਾਂਦੇ ਆ ਤਾਂ ਜ਼ਹਿਰ ਇੰਨੇ ਕੁ ਵੱਧ ਜਾਂਦੇ ਆ ਕਿ ਉਹਨਾਂ ਦਾ ਸਰੀਰ 'ਤੇ ਗਲਤ ਅਸਰ ਆਉਣਾ ਸ਼ੁਰੂ ਹੋ ਜਾਂਦਾ ਹੈ, ਅਤੇ ਉਹਨੂੰ ਕਾਊਂਟਰ ਕਰਨ ਲਈ ਫਿਰ ਆਪਾਂ ਜਿਹੜਾ ਗੁਰਦਿਆਂ ਦਾ ਕੰਮ ਹੈ, ਡਾਇਲਿਸਿਸ ਬੇਸਿਕਲੀ ਕੀ ਹੈ ਕਿ ਗੁਰਦੇ ਨੇ ਖੂਨ ਦੀ ਸਫਾਈ ਕਰਨੀ ਹੈ। ਗੁਰਦਾ ਫੇਲ ਹੋ ਗਿਆ, ਖੂਨ ਦੀ ਸਫਾਈ ਨਹੀਂ ਹੋ ਪਾ ਰਹੀ, ਅਤੇ ਆਪਣੇ ਸਰੀਰ ਵਿੱਚ ਕਈ ਤਰ੍ਹਾਂ ਦੇ ਜ਼ਹਿਰ ਦੀ ਮਾਤਰਾ ਵੱਧ ਰਹੀ ਹੈ ਜਿਹਦਾ ਆਪਣੀ ਬਾਡੀ 'ਤੇ ਨੁਕਸਾਨ ਹੋ ਰਿਹਾ। ਤਾਂ ਡਾਇਲਿਸਿਸ ਇੱਕ ਤਰ੍ਹਾਂ ਦਾ ਸਮਝ ਲਓ ਆਰਟੀਫਿਸ਼ੀਅਲ ਗੁਰਦਾ ਹੈ। ਡਾਇਲਿਸਿਸ ਵਿੱਚ ਇੱਕ ਫਿਲਟਰ ਹੁੰਦਾ, ਅਸੀਂ ਪੇਸ਼ੈਂਟ ਦਾ ਬਲੱਡ ਲੈਂਦੇ ਹਾਂ, ਉਹ ਬਲੱਡ ਫਿਲਟਰ ਵਿੱਚ ਪਾਸ ਹੁੰਦਾ, ਉਹ ਫਿਲਟਰ ਦੇ ਵਿੱਚ ਦੀ ਜਿੰਨੇ ਵੀ ਐਕਸਟਰਾ ਜ਼ਹਿਰ ਜਮ੍ਹਾਂ ਹੋਈ ਹੁੰਦੀ ਹੈ ਉਹ ਨਿਕਲ ਜਾਂਦੀ ਹੈ, ਔਰ ਸਾਫ਼ ਕੀਤਾ ਹੋਇਆ ਖੂਨ ਆਪਾਂ ਇੱਕ ਦੂਸਰੀ ਸੂਈ ਰਾਹੀਂ ਮਰੀਜ਼ ਦੇ ਅੰਦਰ ਪਾ ਦਿੰਦੇ ਹਾਂ। ਤਾਂ ਉਹ ਫਿਲਟਰ ਸਮਝ ਲਓ ਇੱਕ ਤਰ੍ਹਾਂ ਦਾ ਆਪਣਾ ਗੁਰਦਾ ਹੈ। ਜਿਹੜਾ ਕੰਮ ਗੁਰਦਿਆਂ ਨੇ ਬਾਡੀ ਦੇ ਅੰਦਰ ਕਰਨਾ ਸੀ ਉਹ ਗੁਰਦਿਆਂ ਨੇ ਕੰਮ ਛੱਡਤਾ, ਅਤੇ ਉਹਨਾਂ ਨੂੰ ਆਪਾਂ ਠੀਕ ਵੀ ਨਹੀਂ ਕਰ ਸਕਦੇ। ਤਾਂ ਉਹੀ ਕੰਮ ਆਪਾਂ ਬਾਹਰਲੇ ਫਿਲਟਰ ਨਾਲ ਕਰ ਰਹੇ ਹਾਂ। ਤਾਂ ਫਿਲਟਰ ਨਾਲ ਇੱਕ ਵਾਰ ਜਦੋਂ ਖੂਨ ਦੀ ਸਫਾਈ ਹੋ ਗਈ ਤਾਂ ਉਹ ਜ਼ਹਿਰ ਘੱਟ ਜਾਂਦੇ ਨੇ, ਪੇਸ਼ੈਂਟ ਠੀਕ ਹੋ ਜਾਂਦਾ ਹੈ। ਬਟ ਜ਼ਹਿਰ 24 ਘੰਟੇ ਲਗਾਤਾਰ ਬਾਡੀ ਦੇ ਅੰਦਰ ਪੈਦਾ ਹੋ ਰਿਹਾ ਹੈ,
ਤਾਂ 2-3 ਦਿਨ ਬਾਅਦ ਜ਼ਹਿਰ ਉਨੇ ਹੀ ਫਿਰ ਵੱਧ ਜਾਂਦੇ ਆ ਅਤੇ ਮਰੀਜ਼ ਨੂੰ ਫਿਰ ਆ ਕੇ ਡਾਇਲਿਸਿਸ ਕਰਵਾਉਣਾ ਪੈਂਦਾ ਹੈ। ਤਾਂ ਡਾਇਲਿਸਿਸ ਇੱਕ ਤਰ੍ਹਾਂ ਦੀ ਬੋਡੀ ਦੀ ਜ਼ਰੂਰਤ ਬਣ ਜਾਂਦੀ ਹੈ। ਇਹ ਪੇਸ਼ੈਂਟ ਇਹ ਸਮਝ ਸਕਦੇ ਆ ਵੀ ਡਾਇਲਿਸਿਸ ਉਹਨਾਂ ਦਾ ਇੱਕ ਤਰ੍ਹਾਂ ਦਾ ਆਰਟੀਫਿਸ਼ੀਅਲ ਗੁਰਦਾ ਹੈ ਜਿਹੜਾ ਕਿ ਹੌਸਪੀਟਲ ਪਿਆ ਹੋਇਆ ਅਤੇ ਉਹਨਾਂ ਨੇ 2-3 ਦਿਨ ਬਾਅਦ ਹੌਸਪੀਟਲ ਜਾ ਕੇ ਆਪਣੇ ਖੂਨ ਦੀ ਸਫਾਈ ਕਰਾਉਣੀ ਹੈ ਤਾਂ ਕਿ ਉਹ ਤੰਦਰੁਸਤ ਰਹਿਣ। ਜਿੱਥੇ ਤੱਕ ਸਕਸੈਸ ਰੇਟ ਦੀ ਗੱਲ ਹੈ ਡਾਇਲਿਸਿਸ ਦਾ ਮਕਸਦ ਆਪਣੇ ਦੋ ਮਕਸਦ ਹੈ ਡਾਇਲਿਸਿਸ ਕਰਨ ਦੇ। ਇੱਕ ਤਾਂ ਪੇਸ਼ੈਂਟ ਦੀ ਕੁਆਲਿਟੀ ਆਫ ਲਾਈਫ ਇੰਪਰੂਵ ਕਰਨਾ। ਜਿਹੜਾ ਪੇਸ਼ੈਂਟ ਡਾਇਲਿਸਿਸ ਨਹੀਂ ਕਰਾਏਗਾ ਉਹਨੂੰ ਤਕਲੀਫ ਰਹੇਗੀ, ਜਿਵੇਂ ਭੁੱਖ ਨਹੀਂ ਲੱਗੇਗੀ, ਖਾਣਾ ਨਹੀਂ ਖਾਧਾ ਜਾਏਗਾ, ਸਰੀਰ 'ਚ ਕਮਜ਼ੋਰੀ ਆਏਗੀ, ਸਾਹ ਚੜ੍ਹੇਗਾ। ਤਾਂ ਡਾਇਲਿਸਿਸ ਕਰਨ ਵਾਲੇ ਸਾਰੇ ਸਿੰਪਟਮਸ ਠੀਕ ਹੋ ਜਾਂਦੇ ਆ। ਮਰੀਜ਼ ਕੁਝ ਹੱਦ ਤੱਕ ਆਪਣੇ ਆਪ ਨੂੰ ਤੰਦਰੁਸਤ ਮਹਿਸੂਸ ਕਰ ਦੋ, ਆਪਣੀ ਟੇਕ ਕੇਅਰ ਕਰ ਸਕਦਾ, ਆਪਣੇ ਰੂਟੀਨ ਕੰਮ ਸਾਰੇ ਕਰ ਸਕਦਾ ਹੈ। ਇੱਕ ਤਾਂ ਇਹ ਹੈਗਾ ਕਿ ਕੁਆਲਿਟੀ ਆਫ ਲਾਈਫ ਇੰਪਰੂਵ ਕਰਨਾ। ਦੂਸਰਾ ਪੇਸ਼ੈਂਟ ਦਾ ਲਾਈਫ ਸਪੈਨ ਵਧਾਉਣਾ। ਜਿਹੜੇ ਪੇਸ਼ੈਂਟਸ ਦੇ 90% ਤੋਂ ਜ਼ਿਆਦਾ ਗੁਰਦੇ ਖਰਾਬ ਹੈ, ਜਿਨ੍ਹਾਂ ਨੂੰ ਡਾਇਲਿਸਿਸ ਦੀ ਲੋੜ ਹੈ ਪਰ ਉਹ ਡਾਇਲਿਸਿਸ ਨਹੀਂ ਕਰਵਾ ਰਹੇ, ਤਾਂ ਉਹਨਾਂ ਦਾ ਲਾਈਫ ਸਪੈਨ ਵੱਧ ਤੋਂ ਵੱਧ ਕੁਝ ਮਹੀਨੇ, ਵੱਧ ਤੋਂ ਵੱਧ ਮੈਂ ਦੇਖਿਆ 6 ਮਹੀਨੇ ਕੱਢਦੇ ਆ ਪੇਸ਼ੈਂਟ ਜਿਹੜੇ ਡਾਇਲਿਸਿਸ ਨਹੀਂ ਕਰਾਉਂਦੇ। ਔਰ ਉਹ 6 ਮਹੀਨੇ ਵੀ ਉਹਨਾਂ ਦੀ ਜਿਹੜੀ ਕੁਆਲਿਟੀ ਆਫ ਲਾਈਫ ਬਹੁਤ ਖਰਾਬ ਹੁੰਦੀ ਹੈ। ਪੇਸ਼ੈਂਟ ਕੁਝ ਖਾ ਨਹੀਂ ਪਾਏਗਾ, ਉਹਨੂੰ ਵਾਰ-ਵਾਰ ਵੋਮਿਟਿੰਗ ਹੋਏਗੀ, ਸਰੀਰ ਬਹੁਤ ਕਮਜ਼ੋਰ ਹੁੰਦਾ ਹੈ, ਉਹਨੂੰ 2 ਜਣੇ ਫੜ ਕੇ ਵਾਸ਼ਰੂਮ ਤੱਕ ਲੈ ਕੇ ਜਾਂਦੇ ਆ। ਤਾਂ ਇੰਨੀ ਪੂਅਰ ਕੁਆਲਿਟੀ ਆਫ ਲਾਈਫ ਨਾਲ ਉਹ ਵੱਧ ਤੋਂ ਵੱਧ 6 ਮਹੀਨੇ ਕੱਢ ਸਕਦੇ ਆ। ਔਰ ਜਿਹੜੇ ਪੇਸ਼ੈਂਟ ਡਾਕਟਰ ਦੀ ਸਲਾਹ ਦੇ ਅਕੋਰਡਿੰਗ ਹਫਤੇ 'ਚ 2 ਜਾਂ 3 ਵਾਰ ਡਾਇਲਿਸਿਸ ਕਰਾਉਂਦੇ, ਇੱਕ ਤਾਂ ਉਹਨਾਂ ਦੀ ਕੁਆਲਿਟੀ ਆਫ ਲਾਈਫ ਬੈਟਰ ਹੁੰਦੀ ਹੈ, ਉਹ ਆਪਣੀ ਟੇਕ ਕੇਅਰ ਕਰ ਸਕਦੇ ਆ, ਸਰੀਰ ਉਹਨਾਂ ਦਾ ਕੁਝ ਹੱਦ ਤੱਕ ਤੰਦਰੁਸਤ ਰਹਿੰਦਾ ਹੈ। ਦੂਸਰਾ ਉਹਨਾਂ ਦਾ ਲਾਈਫ ਸਪੈਨ ਹੈ ਜਿਹੜਾ ਉਹ ਵੱਧ ਤੋਂ ਵੱਧ, ਅਸੀਂ ਐਵਰੇਜ ਡਾਇਲਿਸਿਸ ਵਾਲੇ ਪੇਸ਼ੈਂਟਸ ਦਾ 7 ਤੋਂ 10 ਸਾਲ ਮੰਨਦੇ ਹਾਂ ਕਿ ਡਾਇਲਿਸਿਸ ਕਰਾ ਕੇ ਵੀ ਉਹ 7 ਤੋਂ 10 ਸਾਲ ਦੀ ਜ਼ਿੰਦਗੀ ਜੀ ਸਕਦੇ ਆ। ਆਪਾਂ ਡਾਇਲਿਸਿਸ ਨਾਲ ਵੀ ਲਾਈਫ ਸਪੈਨ ਨੂੰ ਨਾਰਮਲ ਨਹੀਂ ਕਰ ਸਕਦੇ, ਬਟ ਇੱਕ ਪਾਸੇ ਪੇਸ਼ੈਂਟ ਹੈ ਜਿਹਨੂੰ ਡਾਇਲਿਸਿਸ ਦੀ ਜ਼ਰੂਰਤ ਹੈ, ਉਹ ਡਾਇਲਿਸਿਸ ਨਹੀਂ ਕਰਵਾ ਰਿਹਾ, ਉਹ ਬੜੀ ਪੂਅਰ ਕੁਆਲਿਟੀ ਦੀ ਜ਼ਿੰਦਗੀ 3-4 ਮਹੀਨੇ ਜਾਂ ਵੱਧ ਤੋਂ ਵੱਧ 6 ਮਹੀਨੇ ਕੱਢੇਗਾ। ਇੱਕ ਪੇਸ਼ੈਂਟ ਹੈ ਜਿਹੜਾ ਡਾਇਲਿਸਿਸ ਰੈਗੂਲਰ ਕਰਵਾ ਰਿਹਾ, ਉਹ ਅੱਛੀ ਕੁਆਲਿਟੀ ਦੀ ਜ਼ਿੰਦਗੀ 7-10 ਸਾਲਾਂ ਤੱਕ ਕੱਢ ਸਕਦਾ। ਇਹ ਫ਼ਰਕ ਹੈ। ਡਾਇਲਿਸਿਸ ਕਰਵਾਓ, ਨਹੀਂ ਕਰਾਓਗੇ ਤਾਂ ਇਹ ਹੈ ਤੁਹਾਡੀ ਫਿਊਚਰ, ਅਗਰ ਕਰਵਾਓਗੇ ਤਾਂ ਇਹ ਹੈ। ਔਰ ਡਾਇਲਿਸਿਸ ਕਰਕੇ ਵੀ ਆਪਾਂ ਪੇਸ਼ੈਂਟ ਨੂੰ ਬਿਲਕੁਲ ਬੈਸਟ ਕੁਆਲਿਟੀ ਆਫ ਲਾਈਫ, ਨਾਰਮਲ ਜਿਵੇਂ ਦੂਸਰੇ ਪੇਸ਼ੈਂਟਸ ਦੀ ਹੁੰਦੀ ਹੈ, ਨਾਰਮਲ ਲਾਈਫ ਸਪੈਨ ਨਹੀਂ ਦੇ ਸਕਦੇ, ਬਟ ਉਹਦਾ ਕੁਝ ਹੱਦ ਤੱਕ ਇੰਪਰੂਵ ਕਰ ਸਕਦੇ ਹਾਂ ਉਹਦੀ ਕੁਆਲਿਟੀ ਆਫ ਲਾਈਫ ਅਤੇ ਲਾਈਫ ਸਪੈਨ। ਇਹਦੇ ਲਈ ਸਾਨੂੰ ਪੇਸ਼ੈਂਟਸ ਦੀ ਬਹੁਤ ਮੋਟੀਵੇਸ਼ਨ ਕਰਨੀ ਪੈਂਦੀ ਹੈ ਕਿ ਜੇ ਤੁਸੀਂ ਡਾਇਲਿਸਿਸ ਕਰਾਓਗੇ ਤਾਂ ਇਹ ਤੁਹਾਡਾ ਫਿਊਚਰ ਹੋਏਗਾ, ਨਹੀਂ ਕਰਾਓਗੇ ਤਾਂ ਇਹ ਹੈ। ਤੁਸੀਂ ਚੂਜ਼ ਕਰ ਲਓ ਕਿ ਤੁਹਾਨੂੰ ਕੀ ਚਾਹੀਦਾ ਹੈ। ਸੈਟ ਤਾਂ ਫਿਰ ਹੈਗਾ 7 to 10 ਈਅਰਸ ਤੱਕ ਐਵਰੇਜ ਮੰਨਦੇ ਆ। ਔਰ ਜਿਹੜੇ ਪੇਸ਼ੈਂਟ ਰੈਗੂਲਰ ਨਹੀਂ ਕਰਾਉਂਦੇ ਉਹਨਾਂ ਦਾ ਇੰਨਾ ਨਹੀਂ ਹੋਏਗਾ। ਰੈਗੂਲਰ ਮੀਨਸ ਹਫਤੇ 'ਚ 2 ਜਾਂ 3 ਡਾਇਲਿਸਿਸ, ਕਿਉਂਕਿ ਡਾਇਲਿਸਿਸ ਨਾਲ ਆਪਾਂ ਕਿਡਨੀਜ਼ ਦਾ 100% ਫੰਕਸ਼ਨ ਰਿਪਲੇਸ ਨਹੀਂ ਕਰ ਸਕਦੇ। ਕਿਡਨੀਜ਼ ਜੋ ਬੋਡੀ ਦੇ ਅੰਦਰ ਕੰਮ ਕਰ ਰਹੇ ਆ ਨਾ, ਡਾਇਲਿਸਿਸ ਕਰਾ ਕਰਕੇ ਆਪਾਂ ਸਿਰਫ ਉਹਦਾ 20% ਫੰਕਸ਼ਨ ਰਿਪਲੇਸ ਕਰ ਪਾ ਰਹੇ ਹਾਂ। ਤਾਂ ਉਹਨੂੰ ਆਪਾਂ ਬਿਲਕੁਲ ਨਾਰਮਲ ਬੰਦੇ ਵਰਗਾ ਨਹੀਂ ਬਣਾ ਸਕਦੇ, ਬਟ ਕਾਫੀ ਹੱਦ ਤੱਕ ਉਹਦੀ ਕੁਆਲਿਟੀ ਅਤੇ ਲਾਈਫ ਸਪੈਨ ਇੰਪਰੂਵ ਕਰ ਸਕਦੇ ਹਾਂ। ਪਰ ਬੈਸਟ ਜੋ ਇਲਾਜ ਹੈ ਗੁਰਦੇ ਖਰਾਬ ਹੋਣ ਦਾ, ਉਹ ਟਰਾਂਸਪਲਾਂਟ ਹੈ। ਟਰਾਂਸਪਲਾਂਟ ਦਾ ਸਕਸੈਸ ਰੇਟ 98-99% ਹੈਗਾ। ਕੁਆਲਿਟੀ ਆਫ ਲਾਈਫ ਮੱਚ ਬੈਟਰ ਹੈ ਡਾਇਲਿਸਿਸ ਨਾਲੋਂ। ਯੰਗ ਪੇਸ਼ੈਂਟਸ ਵਿੱਚ ਅਸੀਂ ਹਮੇਸ਼ਾ ਟਰਾਂਸਪਲਾਂਟ ਕਰਾਉਣਾ ਐਡਵਾਈਸ ਕਰਦੇ ਹਾਂ। ਮੈਮ ਜੇ ਆਪਾਂ ਗੱਲ ਕਰੀਏ, ਚਲੋ ਇਹ ਤਾਂ ਅਸੀਂ ਪੇਸ਼ੈਂਟਸ ਦੀ ਗੱਲ ਕੀਤੀ ਜਿਨ੍ਹਾਂ ਨੂੰ ਇਹ ਪ੍ਰੋਬਲਮਸ ਹਨ ਜਾਂ ਜੋ ਸਫਰ ਕਰ ਰਹੇ ਨੇ। ਜੇ ਅਸੀਂ ਗੱਲ ਕਰੀਏ ਇੱਕ ਆਮ ਇਨਸਾਨ ਦੀ ਜਿਨ੍ਹਾਂ ਨੂੰ ਨਹੀਂ ਕੋਈ ਪ੍ਰੋਬਲਮ ਹੈ, ਤਾਂ ਉਹ ਕਿਸ ਤਰ੍ਹਾਂ ਦੇ ਚੈੱਕਅਪਸ ਕਰਵਾਉਣ ਆਪਣੇ ਰੂਟੀਨ ਦੇ ਵਿੱਚ ਜਾਂ ਟੈਸਟ ਕਰਵਾਉਣ ਜਿਨ੍ਹਾਂ ਦੇ ਨਾਲ ਉਹ ਆਪਣੇ ਜਿਹੜੇ ਗੁਰਦੇ ਆ ਉਹਨਾਂ ਨੂੰ ਸਹੀ ਸਲਾਮਤ ਰੱਖ ਸਕਣ? ਕਿਉਂਕਿ ਆਪਾਂ ਹੁਣੇ ਡਿਸਕਸ ਕੀਤਾ ਕਿ ਗੁਰਦੇ ਦੀਆਂ ਬਿਮਾਰੀਆਂ ਦੇ ਅਰਲੀ ਸਟੇਜ ਵਿੱਚ ਕੋਈ ਸਿੰਪਟਮਸ ਨਹੀਂ ਹੁੰਦੇ, ਤਾਂ ਆਪਾਂ ਨੂੰ ਕਿਵੇਂ ਪਤਾ ਚੱਲੇ ਕਿ ਆਪਣੇ ਗੁਰਦੇ ਤੰਦਰੁਸਤ ਹੈ। ਤਾਂ ਇਹਦੇ ਵਿੱਚ ਇੱਕ ਤਾਂ ਜਿਨ੍ਹਾਂ ਦੀ ਉਮਰ 40 ਈਅਰਸ ਤੋਂ ਉੱਪਰ ਹੈ, ਉਹਨਾਂ ਨੂੰ ਸਾਲ 'ਚ ਇੱਕ ਵਾਰ ਆਪਣਾ ਸ਼ੂਗਰ ਟੈਸਟ, ਬਲੱਡ ਪ੍ਰੈਸ਼ਰ ਟੈਸਟ ਕਰਵਾਉਣਾ ਚਾਹੀਦਾ ਹੈ। ਗੁਰਦਿਆਂ ਦਾ ਕ੍ਰੀਐਟਿਨਿਨ ਵਾਲਾ ਟੈਸਟ ਕਰਾਉਣਾ ਚਾਹੀਦਾ ਹੈ ਕਿ ਯੂਰਿਨ 'ਚ ਕੀ ਕੋਈ ਪ੍ਰੋਟੀਨ ਲੀਕ ਤਾਂ ਨਹੀਂ ਹੋ ਰਿਹਾ। ਇਹ 4 ਟੈਸਟ ਕਰਨੇ ਜ਼ਰੂਰੀ ਹੈ। ਹੈਲਦੀ ਪਰਸਨ ਜਿਹਨੂੰ ਕੋਈ ਬਿਮਾਰੀ ਨਹੀਂ ਹੈ, ਜਿਹਨੂੰ ਕੋਈ ਸਿੰਪਟਮਸ ਨਹੀਂ ਹੈ, ਸਾਲ 'ਚ ਇੱਕ ਵਾਰ ਸ਼ੂਗਰ ਟੈਸਟ, BP ਚੈੱਕ, ਯੂਰਿਨ ਦਾ ਟੈਸਟ ਅਤੇ ਬਲੱਡ ਦਾ ਟੈਸਟ ਗੁਰਦਿਆਂ ਦਾ 40 ਈਅਰਸ ਦੀ ਏਜ ਤੋਂ ਬਾਅਦ ਇਹ ਰੂਟੀਨ ਹੋਣਾ ਚਾਹੀਦਾ ਹੈ। ਔਰ ਜਿਨ੍ਹਾਂ ਨੂੰ ਸ਼ੂਗਰ ਦੀ ਬਿਮਾਰੀ ਹੈ ਔਰ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੈ, ਜਾਂ ਜਿਹੜੇ ਓਵਰਵੇਟ ਪੇਸ਼ੈਂਟਸ ਨੇ ਜਾਂ ਸਮੋਕਰਸ ਨੇ, ਉਹਨਾਂ ਨੂੰ ਅਗਰ ਕੋਈ ਸਿੰਪਟਮਸ ਨਹੀਂ ਵੀ ਹੈ ਤਾਂ ਉਹਨਾਂ ਨੂੰ 6-6 ਮਹੀਨਿਆਂ ਬਾਅਦ ਆਪਣਾ ਯੂਰਿਨ ਟੈਸਟ ਅਤੇ ਬਲੱਡ ਟੈਸਟ ਕਰਵਾਉਣਾ ਰੈਗੂਲਰ ਹੈ, ਤਾਂ ਕਿ ਆਪਾਂ ਗੁਰਦੇ ਦੀ ਬਿਮਾਰੀ ਨੂੰ ਅਰਲੀ ਸਟੇਜ 'ਤੇ ਡਾਇਗਨੋਜ਼ ਕਰ ਸਕੀਏ ਅਤੇ ਉਹਦੀ ਪ੍ਰੋਗਰੈਸ਼ਨ ਨੂੰ ਰੋਕ ਸਕੀਏ। ਔਰ ਇਸ ਤੋਂ ਬਿਨਾਂ ਜਿਹੜੀ ਲੋਕਾਂ ਨੂੰ ਆਦਤ ਹੁੰਦੀ ਹੈ, ਕੁਝ ਸਪੈਸ਼ਲੀ ਮੈਂ ਦੇਖਿਆ ਹੈ ਕਿ ਵਿਲੇਜਸ ਵਿੱਚ ਫੀਮੇਲਸ ਦੀ ਆਦਤ ਹੁੰਦੀ ਹੈ, ਹਲਕਾ ਹੈਡੇਕ ਹੋਇਆ, ਕੋਈ ਜੁਆਇੰਟਸ ਵਿੱਚ ਪੇਨ ਹੋਈ ਤਾਂ ਓਵਰ ਦਾ ਕਾਊਂਟਰ ਮੈਡੀਸਿਨਸ ਬਹੁਤ ਜ਼ਿਆਦਾ ਯੂਜ਼ ਕਰਦੇ ਆ ਉਹ। ਤਾਂ ਇਹ ਅਵੋਇਡ ਕਰਨਾ ਚਾਹੀਦਾ ਹੈ। ਅਗਰ ਤੁਹਾਨੂੰ ਕੋਈ ਪ੍ਰੋਬਲਮ ਹੈ ਤਾਂ ਡਾਕਟਰ ਦੀ ਸਲਾਹ ਦੇ ਨਾਲ ਤੁਸੀਂ ਮੈਡੀਸਿਨ ਲਓ। ਪੇਨ ਕਿਲਰ ਡਰੱਗਸ ਦਾ ਓਵਰ ਯੂਜ਼ ਬਿਲਕੁਲ ਨਾ ਕਰੋ। ਇਹ ਗੁਰਦੇ ਫੇਲ ਹੋਣ ਦਾ ਇੱਕ ਵਨ ਆਫ ਦਾ ਮੇਨ ਰੀਜ਼ਨ ਹੈ।
ਓਵਰ ਦਾ ਕਾਊਂਟਰ ਮੈਡੀਸਿਨ ਐਡਵਾਈਸ ਕਰਨਾ ਚਾਹੀਦਾ। ਓਬੀਸ ਪੇਸ਼ੈਂਟਸ ਨੂੰ ਆਪਦਾ weight ਰਿਡਕਸ਼ਨ ਕਰਨਾ ਚਾਹੀਦਾ ਹੈ। ਮੈਮ ਜਿਸ ਤਰ੍ਹਾਂ ਕਰੋਨਾ ਕਾਲ ਚੱਲ ਰਿਹਾ ਤਾਂ ਜਿਹੜੇ ਕਰੋਨਾ ਜਿਨ੍ਹਾਂ ਨੂੰ ਹੋਇਆ ਜਾਂ ਕਰੋਨਾ ਦੇ ਵਿੱਚ ਕਿਸ ਤਰ੍ਹਾਂ ਸਾਨੂੰ ਆਪਣੇ ਆਪ ਦੀ ਦੇਖ ਰੇਖ ਕਰਨੀ ਚਾਹੀਦੀ ਹੈ ਕਿ ਸਾਡੀ ਕਿਡਨੀਜ਼ ਦੇ ਉੱਪਰ ਇਹਦਾ ਕੋਈ ਬੈਡ ਇਫੈਕਟ ਨਾ ਹੋਵੇ। ਕਰੋਨਾ ਦਾ ਤੇ ਕਿਡਨੀ ਡਿਜ਼ੀਜ਼ਸ ਦਾ ਨਾ ਇੱਕ ਬੜਾ ਇੰਪੋਰਟੈਂਟ ਰਿਲੇਸ਼ਨ ਹੈ। ਜਿਹੜੇ ਕਿਡਨੀਜ਼ ਵਾਲੇ ਪੇਸ਼ੈਂਟਸ ਹੁੰਦੇ ਆ, ਜੇ ਮੰਨ ਲਓ ਸ਼ੂਗਰ ਦਾ ਪੇਸ਼ੈਂਟ ਹੈ ਜਿਹਦੇ ਕਿਡਨੀਜ਼ ਤੰਦਰੁਸਤ ਹੈ, ਜਾਂ ਬਲੱਡ ਪ੍ਰੈਸ਼ਰ ਦਾ ਪੇਸ਼ੈਂਟ ਜਿਨ੍ਹਾਂ ਦੇ ਕਿਡਨੀਜ਼ ਫੇਲ ਹੈ, ਕ੍ਰੋਨਿਕ ਰੀਨਲ ਫੇਲੀਅਰ ਵਾਲੇ ਪੇਸ਼ੈਂਟ ਹੈ, ਜਾਂ ਜਿਨ੍ਹਾਂ ਦਾ ਡਾਇਲਿਸਿਸ ਹੋ ਰਿਹਾ, ਜਾਂ ਜਿਨ੍ਹਾਂ ਦਾ ਟਰਾਂਸਪਲਾਂਟ ਹੋਇਆ, ਇਹ ਵਾਲੀ ਜਿਹੜੀ ਪਾਪੂਲੇਸ਼ਨ ਹੈ ਇਹਨਾਂ ਵਿੱਚ ਕਰੋਨਾ ਇਨਫੈਕਸ਼ਨ ਹੋਣ ਦੇ ਚਾਂਸਿਸ ਵੀ ਜ਼ਿਆਦਾ ਹੈ। ਅਗਰ ਇਨਫੈਕਸ਼ਨ ਹੋ ਗਈ ਤਾਂ ਨਿਮੋਨੀਆ ਹੋਣ ਦੇ ਚਾਂਸਿਸ ਜ਼ਿਆਦਾ ਹੈ। ਨਿਮੋਨੀਆ ਵੀ ਸੀਰੀਅਸ ਹੋ ਸਕਦਾ ਹੈ, ਮਰੀਜ਼ ਵੈਂਟੀਲੇਟਰ 'ਤੇ ਜਾ ਸਕਦਾ ਹੈ, ਅਤੇ ਡੈਥ ਰਿਸਕ ਵੀ ਬਹੁਤ ਜ਼ਿਆਦਾ ਹੈ। ਤਾਂ ਕਿਡਨੀਜ਼ ਦੀ ਬਿਮਾਰੀਆਂ ਵਾਲੇ ਪੇਸ਼ੈਂਟ ਨੂੰ ਕਰੋਨਾ ਦੀ ਇਨਫੈਕਸ਼ਨ ਜ਼ਿਆਦਾ ਹੋਣ ਦਾ ਰਿਸਕ ਹੈ, ਔਰ ਸੀਰੀਅਸ ਇਨਫੈਕਸ਼ਨ ਹੋਣ ਦਾ ਰਿਸਕ ਹੈ। ਇਹਦਾ ਕਾਰਨ ਕੀ ਹੈ ਕਿ ਜਿਹੜੇ ਕਿਡਨੀਜ਼ ਵਾਲੇ ਪੇਸ਼ੈਂਟ ਹੁੰਦੇ ਆ, ਜਾਂ ਜੋ ਡਾਇਬਟੀਜ਼ ਵਾਲੇ ਪੇਸ਼ੈਂਟ ਹੁੰਦੇ ਆ, ਇਹਨਾਂ ਦੀ ਇਮਿਊਨਿਟੀ ਇਨ ਜਨਰਲ ਆਮ ਪਾਪੂਲੇਸ਼ਨ ਨਾਲੋਂ ਘੱਟ ਹੁੰਦੀ ਹੈ, ਜਿਸ ਕਰਕੇ ਇਨਫੈਕਸ਼ਨ ਜ਼ਿਆਦਾ ਹੋ ਸਕਦੀ ਹੈ ਅਤੇ ਇਨਫੈਕਸ਼ਨ ਸੀਰੀਅਸ ਹੋ ਸਕਦੀ ਹੈ। ਦੂਸਰਾ ਕਾਰਨ ਹੈ ਕਿ ਜੋ ਡਾਇਲਿਸਿਸ ਵਾਲੇ ਪੇਸ਼ੈਂਟਸ ਹੁੰਦੇ ਆ, ਉਹਨਾਂ ਨੂੰ ਹਫ਼ਤੇ 'ਚ 2-3 ਵਾਰ ਹੌਸਪੀਟਲ ਵਿਜ਼ਿਟ ਕਰਨਾ ਪੈਂਦਾ, ਤਾਂ ਉਹਨਾਂ ਦਾ ਐਕਸਪੋਜਰ ਬਾਕੀ ਪਾਪੂਲੇਸ਼ਨ ਜੋ ਘਰ ਬੈਠੀ ਹੈ ਉਹਨਾਂ ਨਾਲੋਂ ਕਾਫੀ ਜ਼ਿਆਦਾ ਹੈ। ਇਸ ਕਰਕੇ ਉਹਨਾਂ 'ਚ ਇਨਫੈਕਸ਼ਨ ਹੋਣ ਦਾ ਰਿਸਕ ਬਹੁਤ ਜ਼ਿਆਦਾ ਹੁੰਦਾ ਹੈ। ਇਸ ਕਰਕੇ ਡਾਇਲਿਸਿਸ ਵਾਲੇ ਪੇਸ਼ੈਂਟ, ਟਰਾਂਸਪਲਾਂਟ ਪੇਸ਼ੈਂਟਸ, ਜਾਂ ਜਿਨ੍ਹਾਂ ਦੇ ਕਿਡਨੀਜ਼ ਫੇਲ ਹੈ, ਉਹਨਾਂ ਨੂੰ ਇਸ ਪੈਂਡੈਮਿਕ ਵਿੱਚ ਆਪਣਾ ਖਾਸ ਤੌਰ 'ਤੇ ਧਿਆਨ ਰੱਖਣਾ ਚਾਹੀਦਾ ਕਿ ਤੁਸੀਂ ਬਿਨਾਂ ਜ਼ਰੂਰਤ ਤੋਂ ਘਰ ਤੋਂ ਬਾਹਰ ਨਾ ਨਿਕਲੋ, ਬਿਨਾਂ ਮਾਸਕ ਪਹਿਨੇ ਨਾ ਨਿਕਲੋ, ਔਰ ਆਪਣੀ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖੋ ਕਰਾਊਡਡ ਪਲੇਸਿਸ 'ਤੇ। ਵੈਕਸੀਨੇਸ਼ਨ ਜ਼ਰੂਰ ਕਰਵਾਓ। ਕਈ ਪੇਸ਼ੈਂਟਸ ਵਿੱਚ ਬੜਾ ਵਹਿਮ ਹੈ ਕਿ ਸਾਨੂੰ ਕਿਡਨੀਜ਼ ਖਰਾਬ ਹੈ ਤਾਂ ਸਾਡਾ ਬੋਡੀ 'ਤੇ ਵੈਕਸੀਨ ਦਾ ਕੋਈ ਗਲਤ ਅਸਰ ਨਾ ਹੋ ਜਾਏ। ਤਾਂ ਸ਼ੂਗਰ ਵਾਲੇ ਪੇਸ਼ੈਂਟ ਵਿੱਚ, ਬੀਪੀ ਵਾਲੇ ਪੇਸ਼ੈਂਟਸ ਵਿੱਚ, ਜਿਨ੍ਹਾਂ ਦੇ ਗੁਰਦੇ ਖਰਾਬ ਹੈ, ਜਾਂ ਜਿਨ੍ਹਾਂ ਦਾ ਡਾਇਲਿਸਿਸ ਹੋ ਰਿਹਾ, ਜਾਂ ਟਰਾਂਸਪਲਾਂਟ ਵਾਲੇ ਪੇਸ਼ੈਂਟ, ਇਹ ਸਾਰੇ ਪੇਸ਼ੈਂਟ ਵਿੱਚ ਵੈਕਸੀਨੇਸ਼ਨ ਬਿਲਕੁਲ ਸੇਫ ਹੈ। ਇਹ ਕੋਈ ਵੀ ਕੋਵਿਡ ਵੈਕਸੀਨ ਲਗਵਾ ਸਕਦੇ ਹੈ, ਔਰ ਇਹਨਾਂ ਵਿੱਚ ਵੈਕਸੀਨ ਦੀ ਕੋਈ ਕੰਟਰਾਇੰਡੀਕੇਸ਼ਨ ਨਹੀਂ ਹੈ, ਬਲਕਿ ਇਹਨਾਂ ਨੂੰ ਤਾਂ ਪ੍ਰਾਇਓਰਿਟੀ ਬੇਸਿਸ 'ਤੇ ਵੈਕਸੀਨੇਸ਼ਨ ਕਰਵਾਉਣੀ ਚਾਹੀਦੀ ਹੈ, ਕਿਉਂਕਿ ਇਹਨਾਂ ਵਿੱਚ ਇਨਫੈਕਸ਼ਨ ਹੋਣ ਦੇ ਰਿਸਕ ਜ਼ਿਆਦਾ ਹੈ। ਤਾਂ ਮੈਮ ਪ੍ਰੈਗਮਾ ਹਸਪੀਟਲ ਦੇ ਵਿੱਚ ਨੈਫਰੋਲੋਜੀ ਦੇ ਕੀ ਸਹੂਲਤਾਂ ਨੇ ਮੈਮ? ਪ੍ਰੈਗਮਾ ਹਸਪੀਟਲ ਵਿੱਚ ਨੈਫਰੋਲੋਜੀ ਦੀਆਂ ਟਰਾਂਸਪਲਾਂਟ ਨੂੰ ਛੱਡ ਕੇ ਆਪਣੇ ਕੋਲ ਸਾਰੀਆਂ ਸਹੂਲਤਾਂ ਹੈ। ਜਿਨ੍ਹਾਂ ਦੇ ਐਕਿਊਟ ਰੀਨਲ ਫੇਲਰ ਵਾਲੇ ਜਿਹੜੇ ਪੇਸ਼ੈਂਟਸ ਹੁੰਦੇ ਆ, ਜਿਨ੍ਹਾਂ ਦੇ ਅਚਾਨਕ ਗੁਰਦੇ ਖਰਾਬ ਹੁੰਦੇ ਆ, ਟੈਂਪਰੇਰੀ ਤੌਰ 'ਤੇ ਖਰਾਬ ਹੁੰਦੇ ਆ, ਅਤੇ ਉਹ ਗੁਰਦੇ ਠੀਕ ਵੀ ਹੋ ਸਕਦੇ ਆ, ਇਹ ਵਾਲੀਆਂ ਬਿਮਾਰੀਆਂ ਦਾ ਅਸੀਂ ਇਲਾਜ ਕਰਦੇ ਹਾਂ। ਇੱਕ ਕਿਡਨੀ ਬਾਇਪਸੀ ਨਾਮ ਦਾ ਟੈਸਟ ਹੁੰਦਾ, ਜਿਹਦੇ ਵਿੱਚ ਆਪਾਂ ਗੁਰਦੇ ਦੀ ਬਿਮਾਰੀ ਦਾ ਕੀ ਕਾਰਨ ਆ ਉਹ ਪਤਾ ਲਗਾਉਣ ਵਾਸਤੇ ਆਪਾਂ ਗੁਰਦੇ 'ਚੋਂ ਇੱਕ ਸੈਂਪਲ ਲੈਂਦੇ ਹਾਂ। ਬਾਇਪਸੀ ਵਾਲਾ ਟੈਸਟ ਦੀ ਫੈਸਿਲਿਟੀ ਹੈਗੀ ਆ। ਆਪਾਂ ਡਾਇਲਿਸਿਸ ਦੀ ਫੈਸਿਲਿਟੀ ਹੈਗੀ ਹੈ। ਡਾਇਲਿਸਿਸ ਵੀ ਆਪਣੇ ਕੋਲ ਦੋ ਤਰ੍ਹਾਂ ਦਾ ਹੁੰਦਾ। ਇੱਕ ਤਾਂ ਜਿਹੜਾ ਹਸਪੀਟਲ ਜਾ ਕੇ ਪੇਸ਼ੈਂਟ ਮਸ਼ੀਨ ਨਾਲ ਡਾਇਲਿਸਿਸ ਕਰਾਉਂਦਾ, ਜਿਹਦੇ ਲਈ ਪੇਸ਼ੈਂਟ ਨੂੰ 2-3 ਵਾਰ ਹਸਪੀਟਲ ਹਫਤੇ 'ਚ ਵਿਜ਼ਿਟ ਕਰਨਾ ਪੈਂਦਾ ਹੈ, ਤਾਂ ਮੇਨਟੇਨੈਂਸ ਹੀਮੋ ਡਾਇਲਿਸਿਸ ਸੈਂਟਰ ਹੈ। ਇਸ ਤੋਂ ਬਿਨਾਂ ਇੱਕ ਤਰ੍ਹਾਂ ਦਾ ਡਾਇਲਿਸਿਸ ਹੁੰਦਾ ਜਿਹੜਾ ਪੇਸ਼ੈਂਟ ਘਰ ਬੈਠ ਕੇ ਕਰ ਸਕਦਾ ਹੈ। ਉਹਦੇ ਵਿੱਚ ਅਸੀਂ ਪੇਸ਼ੈਂਟ ਦੇ ਪੇਟ ਵਿੱਚ ਇੱਕ ਕੈਥੇਟਰ ਪਾ ਕੇ ਉਹਦੀ ਟ੍ਰੇਨਿੰਗ ਕਰ ਦਿੰਦੇ ਹਾਂ ਕਿ ਤੁਸੀਂ ਘਰ ਕਿਵੇਂ ਡਾਇਲਿਸਿਸ ਕਰਨਾ। ਇਹ ਡਾਇਲਿਸਿਸ ਦੀ ਫੈਸਿਲਿਟੀ ਵੀ ਅਸੀਂ ਪੇਸ਼ੈਂਟਸ ਨੂੰ ਪ੍ਰੋਵਾਈਡ ਕਰਦੇ ਹਾਂ, CAPD ਵਾਲਾ ਡਾਇਲਿਸਿਸ। ਤੇ ਬਾਕੀ ਟਰਾਂਸਪਲਾਂਟ ਦੀ ਫੈਸਿਲਿਟੀ ਨਹੀਂ ਹੈ, ਬਟ ਪੋਸਟ ਟਰਾਂਸਪਲਾਂਟ ਜਿਨ੍ਹਾਂ ਦਾ ਟਰਾਂਸਪਲਾਂਟ ਹੋਇਆ ਉਹਨਾਂ ਨੂੰ ਕਿਸ ਤਰ੍ਹਾਂ ਦੀ ਮੈਡੀਕੇਸ਼ਨਸ ਦੇਣੀਆਂ, ਉਹ ਵਾਲੀ ਕੰਸਲਟੇਸ਼ਨਸ ਪ੍ਰੋਵਾਈਡ ਕਰਦੇ ਆ। ਇਹ ਸਾਰੀ ਫੈਸਿਲਿਟੀ ICU ਫੈਸਿਲਿਟੀ ਹੈ। ਸੀਰੀਅਸ ਪੇਸ਼ੈਂਟਸ ਜਿਨ੍ਹਾਂ ਨੂੰ ਕਿਡਨੀਜ਼ ਖਰਾਬ ਹੋ ਗਏ, ਵੈਂਟੀਲੇਟਰ ਦੀ ਜ਼ਰੂਰਤ ਹੈ, ਕ੍ਰਿਟੀਕਲ ਕੇਅਰ ਦੀ ਜ਼ਰੂਰਤ ਹੈ, ਇਹ ਸਾਰੀਆਂ ਫੈਸਿਲਿਟੀਜ਼ ਆਪਣੇ ਹਸਪੀਟਲ ਵਿੱਚ। ਬਹੁਤ ਬਹੁਤ ਸ਼ੁਕਰੀਆ ਮੈਮ, ਸਾਡੇ ਦਰਸ਼ਕਾਂ ਨੂੰ ਕਾਫੀ ਡੂੰਘਾਈ ਦੇ ਵਿੱਚ ਤੁਸੀਂ ਇਹਨਾਂ ਬਿਮਾਰੀਆਂ ਦੇ ਬਾਰੇ, ਟ੍ਰੀਟਮੈਂਟ ਦੇ ਬਾਰੇ ਜਾਣੂ ਕਰਵਾਇਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੈਮ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਆਕਾਂਕਸ਼ਾ ਜੀ, ਐਂਡ ਵਨਸ ਅਗੇਨ ਤੁਹਾਡੇ ਚੈਨਲ ਦਾ, ਸੁਰਖਾਬ ਚੈਨਲ ਦਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਆਪਦੇ ਇਸ ਪ੍ਰੋਗਰਾਮ 'ਚ ਸ਼ਾਮਿਲ ਕੀਤਾ। ਅਤੇ ਮੈਨੂੰ ਉਮੀਦ ਹੈ ਕਿ ਇਹ ਜਾਣਕਾਰੀ ਸਾਰੇ ਸਰੋਤਿਆਂ ਲਈ ਬਹੁਤ ਯੂਜ਼ਫੁਲ ਹੋਏਗੀ, ਔਰ ਸਭ ਲੋਕ ਆਪਣੀ ਕਿਡਨੀਜ਼ ਦਾ ਖਿਆਲ ਰੱਖਣਗੇ। ਥੈਂਕ ਯੂ। ਸੋ ਇਹ ਸਨ ਡਾਕਟਰ ਸਵਰਨਜੀਤ ਕੌਰ ਗਿੱਲ, MBBS MD DM ਨੈਫਰੋਲੋਜੀ XPGI, ਅਤੇ ਇਹਨਾਂ ਨੇ ਬਹੁਤ ਹੀ ਡੂੰਘਾਈ ਦੇ ਵਿੱਚ ਸਾਨੂੰ ਗੁਰਦਿਆਂ ਦੇ ਬਾਰੇ ਜਾਣਕਾਰੀ ਦਿੱਤੀ ਹੈ, ਅਤੇ ਕਰੋਨਾ ਕਾਲ ਦੇ ਵਿੱਚ ਵੀ ਅਸੀਂ ਕਿਸ ਤਰ੍ਹਾਂ ਆਪਣੇ ਗੁਰਦਿਆਂ ਨੂੰ ਦੇਖ ਰੇਖ ਕਰ ਸਕਦੇ ਹਾਂ, ਉਹ ਵੀ ਸਾਨੂੰ ਸੰਖੇਪ ਦੇ ਵਿੱਚ ਦੱਸਿਆ ਹੈ। ਬਠਿੰਡਾ ਤੋਂ ਸੁਨੀਲ ਮਹਿਰਾ ਦੇ ਨਾਲ ਆਕਾਂਕਸ਼ਾ ਸਕਸੈਨਾ, ਸੁਰਖਾਬ TV।